ਦੋਸਤੋ ਤੁਹਾਡਾ ਸਭ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਇਸ YouTube ਚੈਨਲ ਪੰਜਾਬ ਜੌਬ ਅੰਪਾਇਰ ਦੇ ਉੱਤੇ। ਅੱਜ ਦੀ ਇਹ ਖਾਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ 2340 ਪੋਸਟਾਂ ਜੋ ਕਿ ਪੰਜਾਬ ਪੁਲਿਸ ਦੇ TSS ਕੈਡਰ ਦੇ ਵਿੱਚ ਨੇ। ਰਿਜ਼ਲਟ ਜਿਹੜਾ ਹੈਗਾ ਉਹ ਜਲਦੀ ਡਿਕਲੇਅਰ ਹੋ ਜਾਣਾ, ਪਰ ਹਾਲੇ ਤੱਕ ਬੱਚਿਆਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੀ ਜਿਹੜੀ ਸਿਲੈਕਸ਼ਨ ਹੈ ਉਹ ਕਿਸ ਤਰੀਕੇ ਨਾਲ ਹੋਵੇਗੀ। ਤਾਂ ਅੱਜ ਦੀ ਇਸ ਵੀਡੀਓ ਨੂੰ ਬਣਾਉਣ ਦਾ ਜੋ ਮੁੱਖ ਪਰਪਸ ਹੈ ਉਹ ਇਹ ਹੈ ਕਿ ਰਿਜ਼ਰਵੇਸ਼ਨ ਕਿਸ ਤਰੀਕੇ ਨਾਲ ਐਪਲੀਕੇਬਲ ਹੋਏਗੀ, ਕਿ ਉਹ ਡੋਮੇਨ ਵਾਈਜ਼ ਹੋਵੇਗੀ ਜਾਂ ਉਹ ਕੰਬਾਈਨਡ ਮੈਰਿਟ ਲਿਸਟ ਦੇ ਉੱਤੇ ਹੋਵੇਗੀ, ਐਲੀਜੀਬਿਲਟੀ ਕੀ ਹੈ ਅਲੱਗ-ਅਲੱਗ ਡੋਮੇਨਸ ਨੂੰ ਲੈ ਕੇ, ਉਹ ਗੱਲ ਵੀ ਆਪਾਂ ਇਸ ਵੀਡੀਓ ਦੇ ਵਿੱਚ ਕਲੀਅਰ ਕਰਾਂਗੇ। ਤੇ ਇਸ ਤੋਂ ਬਿਨਾਂ ਜੋ ਹੈ ਕੁਝ ਨਾਰਮਲਾਈਜੇਸ਼ਨ ਦੀ ਵੀ ਗੱਲ ਹੈ ਕਿ ਨਾਰਮਲਾਈਜੇਸ਼ਨ ਕਿਵੇਂ ਹੋਏਗੀ, ਉਹ ਗੱਲ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਸ਼ੇਅਰ ਕਰ ਦਿੱਤੀ ਜਾਵੇਗੀ। ਅਤੇ ਬਹੁਤ ਸਾਰੇ ਸਵਾਲਾਂ ਦੇ ਜਿਹੜੇ ਜਵਾਬ ਨੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜਾਣਗੇ। ਕੱਟ ਆਫ ਦਾ ਜੋ ਆਈਡੀਆ ਹੈ ਤੁਸੀਂ ਖੁਦ ਲਗਾ ਸਕੋਗੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ। ਇਸ ਵੀਡੀਓ ਦੇ ਐਂਡ ਤੇ ਜੋ ਹੈ ਤੁਹਾਨੂੰ ਐਕਸਲ ਸੀਟ ਸਾਂਝੀ ਕੀਤੀ ਜਾਵੇਗੀ। ਐਕਸਲ ਸੀਟ ਦੇ ਅਕੋਰਡਿੰਗ ਹੀ ਤੁਸੀਂ ਫਿਰ ਆਪਣੀ ਕੱਟ ਆਫ ਦਾ ਜਿਹੜਾ ਅੰਦਾਜ਼ਾ ਲਾ ਸਕਦੇ ਹੋ, ਤੇ ਤੁਹਾਨੂੰ ਉੱਥੇ ਹੀ ਜਾ ਕੇ ਪਤਾ ਚੱਲੇਗਾ ਐਕਸਲ ਸੀਟ ਦੇ ਥਰੂ ਕਿ ਕਿਹੜੀ ਕੈਟਾਗਰੀ ਦੇ ਵਿੱਚ ਕਿੰਨੀਆਂ ਪੋਸਟਾਂ ਉਹ ਆ ਰਹੀਆਂ ਨੇ। ਤਾਂ ਸਭ ਤੋਂ ਪਹਿਲਾਂ ਆਪਾਂ ਐਡਵਰਟਾਈਜ਼ਮੈਂਟ ਨੂੰ ਚੈੱਕ ਕਰਾਂਗੇ। ਦੋਸਤੋ ਇਹ ਐਡਵਰਟਾਈਜ਼ਮੈਂਟ ਨੰਬਰ 6 ਹੈ ਜੀ 2021 ਦੀ, ਤੇ ਡੇਟ ਆਫ ਪਬਲੀਕੇਸ਼ਨ ਹੈ ਜਿਹੜੀ ਉਹ ਹੈਗੀ 9 ਸਤੰਬਰ 2021। ਡੇਟ ਆਫ ਪਬਲੀਕੇਸ਼ਨ ਇਸ ਕਰਕੇ ਆਪਣੇ ਲਈ ਇੰਪੋਰਟੈਂਟ ਹੈ ਕਿਉਂਕਿ ਜਿਹੜੀ ਏਜ ਹੈ ਉਹ ਕੈਲਕੂਲੇਟ ਹੋਏਗੀ 1 ਜਨਵਰੀ 2021 ਤੋਂ। ਤਾਂ ਇਹ ਜਿਹੜੀ ਐਡਵਰਟਾਈਜ਼ਮੈਂਟ ਹੈ ਇਸ 9ਵੇਂ ਮਹੀਨੇ ਦੇ ਵਿੱਚ ਆਈ ਸੀ ਸਤੰਬਰ ਦੇ ਵਿੱਚ, ਤੇ ਜੋ ਏਜ ਹੈ ਉਹ ਤੁਹਾਡੀ ਕੈਲਕੂਲੇਟ ਹੋਊਗੀ ਜਨਵਰੀ 2021 ਤੋਂ। ਹੋਰ ਇਹਦੇ ਵਿੱਚ ਮੇਨ ਜਿਹੜੇ ਟੌਪਿਕਸ ਹੋਣਗੇ, ਮੇਨ ਪੁਆਇੰਟਸ ਹੋਣਗੇ, ਉਹਨਾਂ ਨੂੰ ਆਪਾਂ ਹਾਈਲਾਈਟ ਕਰਕੇ ਚੱਲਾਂਗੇ ਤੇ ਡਿਸਕਸ ਕਰਾਂਗੇ ਉਹਨਾਂ 'ਤੇ ਥੋੜ੍ਹਾ ਟਾਈਮ ਲਾ ਕੇ। 2340 ਜਿਹੜੀਆਂ ਵੈਕੈਂਸੀ ਸੀਗੀਆਂ ਜੀ ਕਾਂਸਟੇਬਲ ਦੀਆਂ, ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਅਲੱਗ-ਅਲੱਗ ਕੈਟਾਗਰੀ ਦੇ ਵਿੱਚ ਕਿੰਨੀਆਂ ਜਿਹੜੀਆਂ ਇਹ ਪੋਸਟਾਂ ਨੇ। ਤਾਂ ਟੋਟਲ 2340 ਪੋਸਟਾਂ ਸੀਗੀਆਂ, ਜਿਹਦੇ ਵਿੱਚ ਕਿ 1578 ਅਸਾਮੀਆਂ ਬॉयਜ਼ ਲਈ, ਤੇ ਵੂਮੈਨਸ ਲਈ ਜਿਹੜੀਆਂ ਹੈਗੀਆਂ ਗਰਲਜ਼ ਲਈ 762। ਤੇ ਇਹ ਜਿਹੜੀਆਂ ਹੈਗੀਆਂ ਪੋਸਟਾਂ ਦੋਸਤੋ ਇਹ ਘਟਾਈਆਂ ਜਾਂ ਵਧਾਈਆਂ ਜਾ ਸਕਦੀਆਂ ਨੇ। ਇਹ ਆਪਾਂ ਨੂੰ ਐਟ ਦਾ ਐਂਡ ਪਤਾ ਚੱਲੂਗਾ ਜਦੋਂ ਇਹ ਭਰਤੀ ਪੂਰੀ ਹੋਊਗੀ। ਕੁਝ ਚੇਂਜਸ ਆਏ ਨੇ ਇਹਨਾਂ ਗੱਲਾਂ ਨੂੰ ਲੈ ਕੇ, ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਕਲੀਅਰ ਕਰ ਦਾਂਗੇ। ਰਿਜ਼ਰਵੇਸ਼ਨ ਜਿਹੜੀ ਹੈਗੀ ਆ ਉਹ ਐਜ਼ ਪਰ ਪੰਜਾਬ ਗੌਰਮੈਂਟ ਜਿਹੜੇ ਰੂਲ ਹੈਗੇ ਆ ਉਸ ਤਰੀਕੇ ਨਾਲ ਹੀ ਹੋਊਗੀ। ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ SC RO SC MB EWS ਜਾਂ ਕੋਈ ਵੀ ਕੈਟਾਗਰੀ ਜੋ ਹੈ ਰਿਜ਼ਰਵੇਸ਼ਨ ਦੇ ਅੰਡਰ ਆਉਂਦੀ ਹੈ, ਉਹ ਸਾਰੇ ਜਿਹੜੇ ਪੰਜਾਬ ਗੌਰਮੈਂਟ ਦੇ ਰੂਲ ਬਣੇ ਹੈ ਉਹਦੇ ਅਕੋਰਡਿੰਗ ਹੀ ਅਪਲਾਈ ਹੋਣਗੇ। ਇਹ ਦੋਸਤੋ ਕੁਝ ਡੋਮੇਨ ਆ ਜਾਂਦੇ ਜੀ, ਮੇਨਲੀ ਆਪਣੇ 6 ਡੋਮੇਨ ਨੇ, ਤੇ ਉਸ ਤੋਂ ਬਾਅਦ ਫਿਰ ਸਪੈਸ਼ਲਾਈਜੇਸ਼ਨ ਹੈ। ਇਹ ਜੋ ਤੁਸੀਂ ਹਾਈਲਾਈਟ ਦੇਖ ਰਹੇ ਹੋ ਕੰਪਿਊਟਰ ਡਿਜੀਟਲ ਫੋਰੈਂਸਿਕ ਐਨਾਲਿਸਿਸ, ਇਹ ਪੋਸਟਾਂ ਜਿਹੜੀਆਂ ਨੇ ਉਹ 2 ਵਾਰ ਕਾਊਂਟ ਕੀਤੀਆਂ ਗਈਆਂ ਨੇ। ਤਾਂ ਟੋਟਲ 2340 ਦੇ ਵਿੱਚ ਜਿਹੜੀਆਂ 12 ਵੈਕੈਂਸੀਜ਼ ਨੇ ਇਹ ਸੇਮ ਨੇ ਜੀ, ਤੁਸੀਂ ਇੱਥੇ ਪੜ੍ਹ ਵੀ ਸਕਦੇ ਹੋ। The number of candidates selected at serial number 17 have not been counted in arriving at the total as these have already been accounted for serial number 9। ਤਾਂ ਸੀਰੀਅਲ ਨੰਬਰ 9 ਦੇ ਵਿੱਚ ਜਿਹੜੀਆਂ ਇਹ ਵੈਕੈਂਸੀਜ਼ ਨੇ, ਤੇ 17 ਨੰਬਰ ਦੇ ਵਿੱਚ ਇਹ ਸੇਮ ਨੇ 12 ਪੋਸਟਾਂ। 2340 ਦੇ ਵਿੱਚ ਹੀ ਇਹ ਇਨਕਲੂਡ ਹੁੰਦੀਆਂ ਨੇ। ਤੇ ਇਸ ਤੋਂ ਅੱਗੇ ਦੀ ਗੱਲ ਕਰਦੇ ਹਾਂ ਤਾਂ ਆਪਾਂ 3 ਡੋਮੇਨਾਂ ਦੇ ਵਿੱਚ IT ਵਾਲੇ ਅਪਲਾਈ ਕਰ ਸਕਦੇ ਸੀਗੇ ਜੀ। 2 ਡੋਮੇਨਾਂ ਦੇ ਵਿੱਚ ਕਮਿਊਨਿਟੀ ਐਂਡ ਵਿਕਟਮ ਸਪੋਰਟ ਐਂਡ ਕਾਉਂਸਲਿੰਗ ਸਰਵਿਸ ਦੇ ਕੈਂਡੀਡੇਟਸ ਅਪਲਾਈ ਕਰ ਸਕਦੇ ਸੀਗੇ। ਤੇ ਫੋਰੈਂਸਿਕ ਸਾਇੰਸ ਦਾ ਜਿਹੜਾ ਡੋਮੇਨ ਹੈ ਉਹਦੇ ਵਿੱਚ ਵੀ ਫੋਰੈਂਸਿਕ ਐਨਾਲਿਸਿਸ ਐਂਡ ਕੰਪਿਊਟਰ ਡਿਜੀਟਲ ਫੋਰੈਂਸਿਕ ਦੇ ਜਿਹੜੇ ਹੈਗੇ ਕੈਂਡੀਡੇਟਸ ਅਪਲਾਈ ਕਰ ਸਕਦੇ ਸੀਗੇ। ਏਜ ਆ ਜਾਂਦੀ ਹੈ ਦੋਸਤੋ, ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕਿਆ ਕਿ ਇਹ 1 ਜਨਵਰੀ 2021 ਤੋਂ ਕਾਊਂਟ ਹੋਊਗੀ ਜਿਹੜੀ ਏਜ ਹੈ। ਅੱਗੇ ਕੁਝ ਐਲੀਜੀਬਿਲਟੀ ਨੂੰ ਲੈ ਕੇ ਆ ਜਾਂਦੀ ਹੈ ਜੀ ਗੱਲ, ਕਿ ਅਲੱਗ-ਅਲੱਗ ਡੋਮੇਨ ਦੀ ਕੀ ਐਲੀਜੀਬਿਲਟੀ ਹੋਏਗੀ। ਕੰਪਿਊਟਰ ਸਾਇੰਸ ਦੇ ਵਿੱਚ ਜਰਨਲੀ ਜੋ BTech ਹੈ, BCA ਹੈ, MCA ਹੈ, BSc IT ਹੈ, ਇਹ ਕਾਊਂਟ ਹੋਣੀਆਂ ਨੇ। ਤੇ ਇੱਥੇ ਤੁਸੀਂ ਚੈੱਕ ਵੀ ਕਰ ਸਕਦੇ ਹੋ। OSNIT ਦੇ ਵਿੱਚ ਸਿੰਪਲੀ 1 ਸਾਲ ਦਾ ਜਿਹੜਾ ਡਿਪਲੋਮਾ ਮੰਗਿਆ ਗਿਆ ਸੀ ਕਿਸੇ ਵੀ ਗ੍ਰੈਜੂਏਸ਼ਨ ਦੇ ਨਾਲ। ਤੇ ਮੇਨਲੀ ਕਮਿਊਨਿਟੀ ਐਂਡ ਵਿਕਟਮ ਸਪੋਰਟ ਐਂਡ ਕਾਉਂਸਲਿੰਗ ਸਰਵਿਸ ਦੀ ਜੇ ਆਪਾਂ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਬੈਚਲਰ ਜਾਂ ਫਿਰ ਮਾਸਟਰ ਡਿਗਰੀ ਇਨ ਸਾਈਕੋਲੋਜੀ, ਸੋਸ਼ੀਓਲੋਜੀ ਜਾਂ ਸੋਸ਼ਲ ਵਰਕ ਦੇ ਵਿੱਚ ਹੋਣੀ ਚਾਹੀਦੀ ਆ। ਤਾਂ BA ਜਿਹੜੀ ਹੈਗੀ ਆ ਤੁਹਾਡੀ ਆਨਰਸ ਦੇ ਵਿੱਚ ਹੋਣੀ ਚਾਹੀਦੀ ਹੈਗੀ, ਸਾਈਕੋਲੋਜੀ, ਸੋਸ਼ੀਓਲੋਜੀ ਜਾਂ ਸੋਸ਼ਲ ਵਰਕ ਦੇ ਵਿੱਚ। ਇਹ ਕਮਿਊਨਿਟੀ ਐਂਡ ਵਿਕਟਮ ਸਪੋਰਟ ਦੀ ਐਲੀਜੀਬਿਲਟੀ ਆ। ਕਮਿਊਨਿਟੀ ਕਾਉਂਸਲਿੰਗ ਦੇ ਵਿੱਚ ਵੀ ਜਿਹੜੀ ਐਲੀਜੀਬਿਲਟੀ ਆ ਉਹ ਆਲਮੋਸਟ ਸੇਮ ਹੀ ਆ। ਇਹਦੇ ਵਿੱਚ ਬੈਚਲਰ ਮਾਸਟਰ ਡਿਗਰੀ ਇਨ ਸਾਈਕੋਲੋਜੀ ਮੰਗੀ ਗਈ ਹੈ ਜੀ।
ਤਾਂ ਉੱਪਰ ਤੁਸੀਂ ਦੇਖਿਆ ਕਿ ਸੋਸ਼ੋਲੋਜੀ ਤੇ ਸੋਸ਼ਲ ਵਰਕ ਨੂੰ ਐਡ ਕੀਤਾ ਗਿਆ ਸੀ, ਬਟ ਇੱਥੇ ਸਿਰਫ ਸਾਈਕੋਲੋਜੀ ਨੂੰ ਐਡ ਕੀਤਾ ਗਿਆ ਹੈਗਾ ਕਮਿਊਨਿਟੀ ਕਾਉਂਸਲਿੰਗ ਦੇ ਵਿੱਚ। ਦੈਨ ਫੋਰੈਂਸਿਕ ਸਾਇੰਸ ਆ ਜਾਂਦੀ ਹੈ ਜੀ। ਇਹਦੇ ਵਿੱਚ ਬੈਚਲਰ ਡਿਗਰੀ ਜਾਂ ਮਾਸਟਰ ਡਿਗਰੀ ਇਨ ਫੋਰੈਂਸਿਕ ਹੀ ਮੰਗੀ ਗਈ ਹੈ, ਤੇ ਜਿਨ੍ਹਾਂ ਨੇ ਕੰਪਿਊਟਰ ਡਿਜੀਟਲ ਫੋਰੈਂਸਿਕ ਐਨਾਲਿਸਿਸ ਦੇ ਵਿੱਚ ਵੀ ਅਪਲਾਈ ਕੀਤਾ ਉਹਨਾਂ ਨੂੰ ਵੀ ਜਿਹੜੀ ਡਿਗਰੀ ਹੈ ਉਹ ਬੈਚਲਰ ਮਾਸਟਰ ਡਿਗਰੀ ਇਨ ਫੋਰੈਂਸਿਕ ਚਾਹੀਦੀ ਹੈਗੀ। ਹਿਊਮਨ ਰਿਸੋਰਸ ਮੈਨੇਜਮੈਂਟ ਦੀ ਗੱਲ ਕਰੀਏ ਤਾਂ ਬੈਚਲਰ ਜਾਂ ਮਾਸਟਰ ਡਿਗਰੀ ਇਨ ਮੈਨੇਜਮੈਂਟ ਕਮਰਸ ਇਹਦੇ ਵਿੱਚ ਹੋਣੀ ਚਾਹੀਦੀ ਆ। ਬਾਕੀ ਠੀਕ ਹੈ ਜੀ, ਸਭ ਨੂੰ ਪਤਾ ਹੀ ਆ ਆਲਰੇਡੀ ਕੀ ਕੁਆਲੀਫਿਕੇਸ਼ਨ ਮੰਗੀ ਗਈ ਸੀ, ਪਰ ਜਿਨ੍ਹਾਂ ਦਾ ਕੁਛ ਰੌਲਾ ਸੀ ਉਹ ਮੈਂ ਕਲੀਅਰ ਕਰ ਦਿੱਤਾ ਹੈ ਅਕੋਰਡਿੰਗ ਟੂ ਐਡਵਰਟਾਈਜ਼ਮੈਂਟ। ਉਸ ਤੋਂ ਬਾਅਦ ਲਿਖਿਆ ਦੋਸਤੋ, ਦ ਡਿਸੀਜਨ ਆਫ ਦ ਬੋਰਡ ਰਿਗਾਰਡਿੰਗ ਵਿਚ ਫੀਲਡ ਆਫ ਐਜੂਕੇਸ਼ਨ ਕੈਨ ਬੀ ਕੰਸਿਡਰਡ ਐਜ਼ ਅਲਾਈਡ ਫੀਲਡ ਟੂ ਕੰਪਿਊਟਰ ਸਾਇੰਸ ਸ਼ੈਲ ਵੀ ਫਾਈਨਲ ਐਂਡ ਨੋ ਕਾਊਂਟਰ ਕਲੇਮ ਔਰ ਅਪੀਲ ਸ਼ੈਲ ਵੀ ਅਲਾਊਡ। ਤਾਂ ਦੋਸਤੋ ਜਿਨ੍ਹਾਂ ਦਾ ਵੀ ਕੰਪਿਊਟਰ ਸਾਇੰਸ ਦੇ ਵਿੱਚ ਕੁਝ ਪ੍ਰੋਬਲਮ ਚੱਲ ਰਹੀ ਸੀਗੀ, ਜਿਸ ਤਰ੍ਹਾਂ ਕੁਝ BSc ਵਾਲਿਆਂ ਦੀ ਪ੍ਰੋਬਲਮ ਚੱਲ ਰਹੀ ਸੀਗੀ, ਤਾਂ ਉਹਨਾਂ ਲਈ ਇਹ ਗੱਲ ਫਾਈਨਲ ਕੀਤੀ ਗਈ ਹੈ ਕਿ ਜੋ ਵੀ ਬੋਰਡ ਫੈਸਲਾ ਲਊਗਾ ਉਹ ਫਾਈਨਲ ਹੋਊਗਾ, ਤੇ ਉਹਦੇ ਲਈ ਫਿਰ ਕੋਈ ਵੀ ਅਪੀਲ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ। ਕੈਂਡੀਡੇਟਸ ਅਪਲਾਈਂਗ ਫਾਰ ਕੰਪਿਊਟਰ ਡਿਜੀਟਲ ਫੋਰੈਂਸਿਕ ਐਨਾਲਿਸਿਸ ਕੈਨ ਅਪਲਾਈ ਫਾਰ ਈਦਰ ਆਫ ਦੀ ਇਨਫੋਰਮੇਸ਼ਨ ਟੈਕਨੋਲੋਜੀ ਸਰਵਿਸ ਡੋਮੇਨ ਔਰ ਫੋਰੈਂਸਿਕ ਸਾਇੰਸ। ਤਾਂ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਕਿ ਇਹ ਦੋਵੇਂ ਜਿਹੜੀਆਂ ਪੋਸਟਾਂ ਨੇ ਉਹ ਸੇਮ ਹੀ ਹੈਗੀਆਂ। ਅੱਗੇ ਦੋਸਤੋ ਪੰਜਾਬੀ ਲੈਂਗੁਏਜ ਦੀ ਗੱਲ ਕੀਤੀ ਗਈ ਹੈ ਕਿ ਇਹ ਪਾਸ ਹੋਣਾ ਜ਼ਰੂਰੀ ਆ। SI ਦੀਆਂ ਪੋਸਟਾਂ ਦੇ ਵਿੱਚ ਜਿਹੜੀ ਪੰਜਾਬੀ ਲੈਂਗੁਏਜ ਆ ਉਹਦੇ ਵਿੱਚ ਕੁਛ ਜਿਹੜੀਆਂ ਡੋਮੇਨਸ ਹੈਗੀਆਂ ਨੇ ਜਾਂ ਕੁਛ ਸਪੈਸ਼ਲਾਈਜੇਸ਼ਨ ਹੈਗੀਆਂ ਨੇ ਉਹਨਾਂ ਨੂੰ ਰਿਲੈਕਸੇਸ਼ਨ ਦਿੱਤੀ ਗਈ ਆ। ਤਾਂ ਇਸ ਤਰ੍ਹਾਂ ਦੀ ਹੀ ਇੱਕ ਵੀਡੀਓ SI ਦੇ ਲਈ ਬਣਾਈ ਜਾਵੇਗੀ। SI ਦੀਆਂ ਜਿਹੜੀਆਂ 267 ਪੋਸਟਾਂ ਨੇ, ਬਟ ਇਹਦੇ ਵਿੱਚ ਕਾਂਸਟੇਬਲ ਦੇ ਵਿੱਚ ਸਾਰੇ ਹੀ ਜਿੰਨੀਆਂ ਡੋਮੇਨਸ ਨੇ ਉਹਨਾਂ ਦੇ ਵਿੱਚ ਪੰਜਾਬੀ ਪਾਸ ਹੋਣਾ ਲਾਜ਼ਮੀ ਆ। ਤਾਂ ਇੱਕ ਗੱਲ ਇੱਥੇ ਕਲੀਅਰ ਹੋ ਜਾਂਦੀ ਹੈ ਕਿ ਪੰਜਾਬ ਤੋਂ ਜਿਹੜੇ ਬਾਹਰ ਦੇ ਬੱਚੇ ਨੇ ਉਹਦੇ ਵਿੱਚ ਨਹੀਂ ਐਂਟਰ ਹੋ ਸਕਦੇ ਜਿਨ੍ਹਾਂ ਨੇ ਪੰਜਾਬੀ ਨਹੀਂ ਪਾਸ ਕੀਤੀ, ਪਰ SI ਦੇ ਵਿੱਚ ਹੋ ਸਕਦੇ ਆ। ਤਾਂ ਉਹ ਗੱਲ ਜਿਹੜੀ ਹੈਗੀ ਸਾਰੀ ਤੁਹਾਡੇ ਨਾਲ SI ਦੀ ਵੀਡੀਓ ਦੇ ਵਿੱਚ ਹੀ ਸ਼ੇਅਰ ਕਰੂੰਗਾ। ਅੱਗੇ ਦੋਸਤੋ ਲਿਖਿਆ ਗਿਆ ਹੈ ਕਿ ਦ ਕੈਂਡੀਡੇਟ ਮਸਟ ਹੈਵ ਅਟੇਨਡ ਦ ਰਿਕੁਆਇਰਡ ਐਜੂਕੇਸ਼ਨ ਕੁਆਲੀਫਿਕੇਸ਼ਨ on or before the date of publication of this advertisement. However, the candidate who have appeared in the final exam of the qualifying examination as on date of publication of this advertisement but are waiting final results may also apply, but their candidate shall be subject to their producing the pass certificate of the qualifying exam in original at the time of document scrutiny। ਤਾਂ ਜਿੰਨਾ ਵੀ ਦੋਸਤਾਂ ਨੇ ਫਾਈਨਲ ਈਅਰ ਦੇ ਵਿੱਚ ਸੀਗੇ ਤਾਂ ਉਹਨਾਂ ਦਾ ਰਿਜ਼ਲਟ ਵੇਟਡ ਸੀਗਾ, ਤੇ ਉਹ ਜਿਹੜੇ ਹੈਗੇ ਡਾਕੂਮੈਂਟ ਸਕਰੂਟਨੀ ਦੇ ਉੱਤੇ ਉਹਨਾਂ ਦੇ ਡਾਕੂਮੈਂਟ ਪਾਸ ਦੇ ਜਮ੍ਹਾਂ ਹੋਣੇ ਜ਼ਰੂਰੀ ਨੇ। ਜੇਕਰ ਨਹੀਂ ਉਹਨਾਂ ਦਾ ਰਿਜ਼ਲਟ ਪਾਸ ਦਾ ਹੈਗਾ ਤਾਂ ਉਹਨਾਂ ਨੂੰ ਫਿਰ ਕੈਂਸਲ ਕਰ ਦਿੱਤਾ ਜਾਊਗਾ ਉਹਨਾਂ ਦੇ ਕੈਂਡੀਡੇਚਰ ਨੂੰ। ਸਿਲੈਕਸ਼ਨ ਪ੍ਰੋਸੈਸ ਦੇ ਵਿੱਚ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ 2 ਫੇਜ਼ ਸੀਗੇ, ਫੇਜ਼ 1 ਤੇ ਫੇਜ਼ 2। ਫੇਜ਼ 1 ਦੇ ਵਿੱਚ ਜਿਹੜੇ ਟੈਸਟ 1 ਤੇ ਟੈਸਟ 2 ਲਿੱਤੇ ਗਏ ਸੀ, ਤੇ ਦੈਨ ਫੇਜ਼ 2 ਦੇ ਵਿੱਚ ਫਿਰ ਆਪਣੇ ਫਿਜ਼ੀਕਲ ਮੈਜਰਮੈਂਟ ਟੈਸਟ, ਫਿਜ਼ੀਕਲ ਸਕਰੀਨਿੰਗ ਟੈਸਟ ਤੇ ਡਾਕੂਮੈਂਟ ਸਕਰੂਟਨੀ ਹੋਈ ਸੀਗੀ। ਇਹ ਦੋਸਤੋ ਟੈਸਟ 1 ਤੇ ਟੈਸਟ 2 ਜਿਹੜਾ ਹੈਗਾ ਆਪਣਾ 200 ਮਾਰਕਸ ਦਾ ਸੀਗਾ, ਤੇ ਇਹਦੇ ਤੇ ਜਿਹੜੀ ਨਾਰਮਲਾਈਜੇਸ਼ਨ ਹੈਗੀ ਉਹ ਹੋਵੇਗੀ, ਫਿਰ ਹੀ ਆਪਾਂ ਨੂੰ ਜਿਹੜੀ ਫਾਈਨਲ ਨੰਬਰਾਂ ਦੀ ਲਿਸਟ ਹੈ ਉਹ ਮਿਲੇਗੀ। ਤੇ ਕੈਲਕੂਲੇਸ਼ਨ ਆਫ ਮਾਰਕਸ ਵਿਲ ਬੀ ਡਨ ਅਪ ਟੂ 5 ਡੈਸੀਮਲ ਪਲੇਸਿਸ। ਤਾਂ ਜਿਹੜੇ ਵੀ ਆਪਣੇ ਨੰਬਰ ਕੈਲਕੂਲੇਟ ਕੀਤੇ ਜਾਣਗੇ ਨਾਰਮਲਾਈਜੇਸ਼ਨ ਤੋਂ ਬਾਅਦ, ਉਹ ਪੁਆਇੰਟ ਤੋਂ ਬਾਅਦ 5 ਡੈਸੀਮਲ ਜਿਹੜੇ ਹੈਗੇ ਉੱਥੇ ਤੱਕ ਇਹਨਾਂ ਨੰਬਰਾਂ ਨੂੰ ਕਾਊਂਟ ਕੀਤਾ ਜਾਊਗਾ। ਤਾਂ ਹੋ ਸਕਦਾ ਵੀ ਕਾਫੀ ਇਹਦੇ ਵਿੱਚ ਹੈ ਨਾ ਕੰਪੀਟੀਸ਼ਨ ਹੋਣ ਵਾਲਾ ਗਾ। 10% ਜਿਹੜੇ ਨੰਬਰ ਲੈਣੇ ਉਹ ਰਿਜ਼ਰਵ ਜਿਹੜੀਆਂ ਕੈਟਾਗਰੀ ਨੇ ਉਹਨਾਂ ਲਈ ਜ਼ਰੂਰੀ ਨੇ, ਤੇ 15% ਜਨਰਲ ਕੈਟਾਗਰੀ ਦੇ ਲਈ। ਇਸ ਤੋਂ ਬਾਅਦ ਦੋਸਤੋ ਇੱਥੇ ਲਿਖਿਆ ਗਿਆ ਕਿ ਓਨਲੀ ਦੋਜ਼ ਕੈਂਡੀਡੇਟਸ ਹੂ ਆਰ ਡਿਕਲੇਅਰਡ ਕਲੀਅਰਡ ਇਨ ਦਾ ਡਾਕੂਮੈਂਟ ਸਕਰੂਟਨੀ ਸ਼ੈਲ ਬੀ ਕੰਸੀਡਰਡ ਫਾਰ ਪ੍ਰੈਪਰੇਸ਼ਨ ਆਫ ਦਾ ਇੰਟਰਮ ਮੈਰਿਟ ਲਿਸਟ। ਤਾਂ ਜਿਨ੍ਹਾਂ ਦੀ ਡਾਕੂਮੈਂਟ ਸਕਰੂਟਨੀ ਓਕੇ ਹੋਏਗੀ, ਜਿਵੇਂ ਮੈਂ ਪਹਿਲਾਂ ਵੀ ਦੱਸਿਆ ਵੀ ਕਈਆਂ ਦੇ ਰਿਜ਼ਲਟ ਪੈਂਡਿੰਗ ਸੀਗੇ, ਜੇਕਰ ਉਹਨਾਂ ਦਾ ਰਿਜ਼ਲਟ ਕਲੀਅਰ ਦਾ ਨਹੀਂ ਮਿਲਦਾ ਤਾਂ ਉਹ ਉਹਨਾਂ ਨੂੰ ਆਊਟ ਕਰ ਦਿੱਤਾ ਜਾਵੇਗਾ ਇਹਨਾਂ ਵੈਕੈਂਸੀਜ਼ ਦੇ ਲਈ। ਤੇ ਫਾਈਨਲ ਜਿਹੜੀ ਫਿਰ ਇੰਟਰਮ ਮੈਰਿਟ ਲਿਸਟ ਬਣਨੀ ਆ ਉਹ 'ਚ ਸਭ ਦੀ ਜਿਹੜੀ ਡਾਕੂਮੈਂਟ ਸਕਰੂਟਨੀ ਆ ਉਹ ਕਲੀਅਰ ਹੋ ਚੁੱਕੀ ਹੋਣੀ ਚਾਹੀਦੀ ਆ। ਤੇ ਇਹ ਕੁਝ ਸਟੈਪ ਦੱਸੇ ਗਏ ਨੇ ਕਿ ਪ੍ਰੈਪਰੇਸ਼ਨ ਆਫ ਇੰਟਰਮ ਮੈਰਿਟ ਲਿਸਟ ਕਿਸ ਤਰੀਕੇ ਨਾਲ ਹੋਵੇਗੀ। ਤਾਂ ਆਲਰੇਡੀ ਜਿਵੇਂ ਤੁਹਾਨੂੰ ਦੱਸਿਆ ਕਿ ਫੇਜ਼ 1 ਤੇ ਫੇਜ਼ 2 ਦੇ ਵਿੱਚੋਂ ਪਾਸ ਹੋਣਾ ਜ਼ਰੂਰੀ ਹੈ ਕੈਂਡੀਡੇਟ ਲਈ। ਤੇ ਟੋਟਲ ਜਿਹੜੇ 200 ਮਾਰਕਸ ਨੇ
पेपर 1 ਤੇ पेपर 2 ਦੇ ਜੋੜ ਕੇ ਉਹਨਾਂ ਦੇ ਬਿਹਾਫ ਤੇ ਜਿਹੜੀ ਮੈਰਿਟ ਲਿਸਟ ਆ ਉਹ ਬਣਾਈ ਜਾਊਗੀ। ਤੇ ਕੁਝ ਕੈਂਡੀਡੇਟਸ ਜਿਵੇਂ ਟਾਈ ਰੈਜ਼ੋਲੂਸ਼ਨ ਹੋ ਸਕਦਾ ਜੀ, ਕਈਆਂ ਦੇ ਜਿਹੜੇ ਨੰਬਰ ਹੈ ਉਹ ਇਕੁਅਲ ਹੋ ਸਕਦੇ ਆ, ਤਾਂ ਉਸ ਕੇਸ ਦੇ ਵਿੱਚ ਕੀ ਕੀਤਾ ਜਾਊਗਾ, ਜਿਹੜੇ ਕੈਂਡੀਡੇਟ ਦੇ ਟੈਸਟ 2 ਦੇ ਵਿੱਚੋਂ ਨੰਬਰ ਜ਼ਿਆਦਾ ਹੋਣਗੇ ਉਹਨੂੰ ਪ੍ਰੈਫਰੈਂਸ ਦਿੱਤੀ ਜਾਊਗੀ। ਜੇਕਰ ਨੰਬਰ ਫਿਰ ਵੀ ਸੇਮ ਨੇ ਤਾਂ ਪਰਸੈਂਟੇਜ ਚੈੱਕ ਕੀਤੀ ਜਾਊਗੀ ਗ੍ਰੈਜੂਏਸ਼ਨ ਦੇ ਵਿੱਚ। ਦੈਨ ਫਿਰ ਜੇ ਉੱਥੇ ਵੀ ਆਪਸ ਦੇ ਵਿੱਚ ਟਾਈ ਪੈ ਜਾਂਦੀ ਆ ਤਾਂ ਜਿਹੜਾ ਕੈਂਡੀਡੇਟ ਸੀਨੀਅਰ ਹੋਊਗਾ ਏਜ ਦੇ ਵਿੱਚ ਉਹਨੂੰ ਪ੍ਰੈਫਰੈਂਸ ਦਿੱਤੀ ਜਾਊਗੀ। ਤੇ ਲਾਸਟ ਫਿਰ ਜਿਹੜਾ ਪੁਆਇੰਟ ਆ ਜਾਂਦਾ ਉਹਦੇ ਨੇਮ ਦੇ ਥਰੂ ਜਿਹੜੀ ਹੈਗੀ ਆ ਉਹ ਪ੍ਰੈਫਰੈਂਸ ਦਿੱਤੀ ਜਾਣੀ ਆ। ਸਿਲੈਕਸ਼ਨ ਲਿਸਟ ਦੀ ਗੱਲ ਕਰੀਏ ਤਾਂ ਫॉर ਪ੍ਰੈਪਰੇਸ਼ਨ ਆਫ ਸਿਲੈਕਸ਼ਨ ਲਿਸਟ ਦਾ ਰਿਜ਼ਰਵੇਸ਼ਨ ਰੋਸਟਰ ਸ਼ੈਲ ਬੀ ਅਪਲਾਈਡ ਐਜ਼ ਪਰ ਦਾ ਸਟੇਟ ਗਵਰਨਮੈਂਟ ਇੰਸਟਰਕਸ਼ਨ ਔਨ ਦਾ ਕੰਬਾਈਨਡ ਮੈਰਿਟ ਲਿਸਟ ਐਂਡ ਨਾਟ ਔਨ ਦਾ ਇੰਡੀਵਿਜੂਅਲ ਡੋਮੇਨ ਸਪੈਸ਼ਲਾਈਜੇਸ਼ਨ। ਤਾਂ ਦੋਸਤੋ ਜਿਹੜੀ ਵੀ ਹੁਣ ਆਪਾਂ ਰਿਜ਼ਰਵੇਸ਼ਨ ਦੀ ਗੱਲ ਕਰਦੇ ਆਂਗੇ ਉਹ ਕੰਬਾਈਨ ਮੈਰਿਟ ਲਿਸਟ ਦੇ ਉੱਤੇ ਹੀ ਲਾਈ ਜਾਊਗੀ। ਇਹ ਸਾਰੀ ਗੱਲ ਜਿਹੜੀ ਹੈਗੀ ਤੁਹਾਨੂੰ ਐਕਸਲ ਸੀਟ ਦੇ ਵਿੱਚ ਸਮਝ ਆ ਜੂਗੀ। ਤੇ ਇੰਡੀਵਿਜੂਅਲ ਡੋਮੇਨ ਜਾਂ ਸਪੈਸ਼ਲਾਈਜੇਸ਼ਨ ਦੇ ਉੱਤੇ ਨਹੀਂ ਇਹ ਅਪਲਾਈ ਕੀਤੀ ਜਾਣੀ ਰਿਜ਼ਰਵੇਸ਼ਨ। ਇਹ ਗੱਲ ਇੱਥੇ ਥੋੜੀ ਗੁੰਝਲਦਾਰ ਹੈ ਸਮਝਣੀ, ਬਟ ਐਕਸਲ ਸੀਟ ਦੇ ਵਿੱਚ ਤੁਹਾਨੂੰ ਕਲੀਅਰਲੀ ਸਮਝ ਆ ਜੂਗੀ। ਲਾਸਟ ਐਜ਼ ਐਂਡ ਵੈਨ ਰਿਜ਼ਰਵੇਸ਼ਨ ਕੈਟੇਗਰੀ or domain specialization gets filled up completely, further selection to the reservation category or domain specialization shall be discontinue। ਤਾਂ ਦੋਸਤੋ ਜਿਵੇਂ EWS ਦਾ 10% ਕੋਟਾ ਹੁੰਦਾ ਗਾ, ਜੇਕਰ ਉਹ 10% ਕੋਟਾ ਜਿਹੜਾ ਹੈਗਾ ਉਹ ਫਿਲ ਹੋ ਜਾਂਦਾ ਇੱਕ ਡੋਮੇਨ ਦੇ ਵਿੱਚ ਤਾਂ ਉਸ ਤੋਂ ਬਾਅਦ ਹੋਰ ਸੀਟਾਂ ਨਹੀਂ ਹਨ ਉਹਦੇ ਤੇ ਭਰੀਆਂ ਜਾਣੀਆਂ। ਇਹ ਗੱਲਾਂ ਤੁਹਾਨੂੰ ਐਕਸਲ ਸੀਟ ਤੇ ਜ਼ਿਆਦਾ ਕਲੀਅਰ ਹੋਣਗੀਆਂ, ਬਟ ਇੱਕ ਵਾਰ ਆਪਾਂ ਐਡਵਰਟਾਈਜ਼ਮੈਂਟ ਨੂੰ ਪੜ੍ਹ ਰਹੇ ਹਾਂ ਨਾ, ਗੋ ਥਰੂ ਹੋ ਰਹੇ ਹਾਂ। ਤੇ ਫਸਟਲੀ ਜਿਹੜੀਆਂ ਹੈਗੀਆਂ ਉਹ ਜਰਨਲ ਕੈਟਾਗਰੀ ਦੀਆਂ ਸੀਟਸ ਫਿਲ ਹੋਣਗੀਆਂ, ਐਕਸ ਸਰਵਿਸਮੈਨ ਜਰਨਲ ਦੀਆਂ ਤੇ ਦੈਨ ਸਪੋਰਟਸ ਪਰਸਨ ਜਰਨਲ ਦੀਆਂ। ਇਹ ਫਸਟ ਪ੍ਰਾਇੋਰਟੀ ਤੇ ਹੋਣਗੀਆਂ ਜੀ, ਸੀਟਾਂ ਫਿਲ ਕੀਤੀਆਂ ਜਾਣਗੀਆਂ। ਸੈਕਿੰਡ ਤੇ ਫਿਰ ਜੋ ਵੀ ਰੈਸਟ ਵੈਕੈਂਸੀਜ਼ ਹੋਣਗੀਆਂ, ਕੈਟਾਗਰੀਜ਼ ਹੋਣਗੀਆਂ, ਚਾਹੇ ਉਹ SC ਦੀਆਂ ਹੋਣ, ਚਾਹੇ EWS ਹੋਵੇ, SC BC ਹੋਵੇ, ਉਹ ਫਿਲ ਕੀਤੀਆਂ ਜਾਣਗੀਆਂ। ਇਹਦੇ ਵਿੱਚ ਲਿਖਿਆ ਗਿਆ ਦੋਸਤੋ, once a candidate has been selected and allocated a domain specialization, he shall not be considered for selection against remaining domains which he may have appeared। ਤਾਂ ਇੱਕ ਜਦੋਂ ਵੀ ਕਿਸੇ ਇੱਕ ਡੋਮੇਨ ਦੇ ਵਿੱਚ ਕਿਸੇ ਦੀ ਸਿਲੈਕਸ਼ਨ ਹੋ ਜਾਂਦੀ ਆ ਤਾਂ ਬਾਕੀ ਡੋਮੇਨਸ ਦੇ ਲਈ ਜੋ ਹੈ ਸਪੈਸ਼ਲਾਈਜੇਸ਼ਨ ਦੇ ਲਈ ਉਹਦੀ ਜਿਹੜੀ ਐਲੀਜੀਬਿਲਿਟੀ ਆ ਉਹ ਖਤਮ ਕਰ ਦਿੱਤੀ ਜਾਵੇਗੀ। ਇਨ ਕੇਸ ਆਫ ਅ ਕੈਂਡੀਡੇਟ ਹੂ ਹੈਜ਼ ਅਪੀਅਰਡ ਇਨ more than one specialization in any domain in test 2 and gets equal aggregate marks considering his her marks in different specialization, the consideration for selection to the selection list shall be affected as follow। ਤਾਂ ਦੋਸਤੋ ਜਿਹੜੇ ਵੀ ਵੀਰਾਂ ਨੇ 2 ਜਾਂ 3 ਜਿਹੜੇ ਹੈਗੇ ਨੇ ਉਹ ਡੋਮੇਨ ਫਿਲ ਕੀਤੇ ਹੋਣਗੇ ਨਾ ਸਪੈਸ਼ਲਾਈਜੇਸ਼ਨ, ਹੋ ਸਕਦਾ ਵੀ ਉਹਨਾਂ ਦੇ ਜਿਹੜੇ ਨੰਬਰ ਹੈ ਉਹ ਸੇਮ ਬਣ ਗਏ ਹੋਣ। ਜਿਹੜਾ ਇਸ ਤਰ੍ਹਾਂ ਦਾ ਕੇਸ ਹੋਊਗਾ ਉਹਦੇ ਵਿੱਚ ਕੀ ਕੀਤਾ ਜਾਊਗਾ, ਜਿਵੇਂ ਗਰੁੱਪ 1 ਦੇ ਵਿੱਚ ਕੋਈ ਵੀ ਵੈਕੈਂਸੀ ਹੈਗੀ ਤਾਂ ਪਹਿਲਾਂ ਉਹਨੂੰ ਗਰੁੱਪ 1 ਦੇ ਵਿੱਚ ਕਾਊਂਟ ਕੀਤਾ ਜਾਊਗਾ। ਜਿਵੇਂ ਕਿਸੇ ਦੇ 200 ਦੇ ਵਿੱਚੋਂ 115 ਨੰਬਰ ਆ ਜਾਂਦੇ ਹੈਗੇ ਤੇ 115 ਨੰਬਰ ਜਿਹੜੇ ਉਹ ਉਹਨਾਂ ਦੇ 2 ਸਪੈਸ਼ਲਾਈਜੇਸ਼ਨਾਂ ਦੇ ਵਿੱਚੋਂ ਨੇ, ਤਾਂ ਉਸ ਟਾਈਮ ਦੇ ਉੱਤੇ ਕੀ ਹੋਊਗਾ, ਪਹਿਲਾਂ ਉਹਨੂੰ ਗਰੁੱਪ 1 ਦੇ ਵਿੱਚ ਕੰਸੀਡਰ ਕੀਤਾ ਜਾਊਗਾ ਉਸ ਕੈਂਡੀਡੇਟ ਨੂੰ। ਜੇਕਰ ਗਰੁੱਪ 1 ਦੇ ਵਿੱਚ ਉਹ ਕੈਂਡੀਡੇਟ ਸਿਲੈਕਟ ਹੋ ਜਾਂਦਾ ਤਾਂ ਫਿਰ ਗਰੁੱਪ 2 ਦੇ ਵਿੱਚ ਉਹਨੂੰ ਕਾਊਂਟ ਨਹੀਂ ਕੀਤਾ ਜਾਊਗਾ ਤੇ ਫਿਰ ਬਾਕੀ ਜਿਹੜੀਆਂ ਪੋਸਟਾਂ ਦੇ ਲਈ ਆ ਉਹਨੂੰ ਮਤਲਬ ਕਾਊਂਟ ਨਹੀਂ ਕੀਤਾ ਜਾਣਾ ਤੇ ਉਹ ਸਿਰਫ ਗਰੁੱਪ 1 ਦੇ ਵਿੱਚ ਹੀ ਸੈਟਲ ਹੋ ਜਾਊਗਾ। ਇਸ ਤਰ੍ਹਾਂ ਕਮਿਊਨਿਟੀ ਐਂਡ ਵਿਕਟਮ ਸਪੋਰਟ ਦੇ ਵਿੱਚ ਲਿਖਿਆ ਗਿਆ ਹੈਗਾ, ਫॉर community and victim support and counseling service domain, the candidate shall be considered for selection to the selection list in the specialization of community counseling first। ਤਾਂ ਪਹਿਲਾਂ ਸਪੈਸ਼ਲਾਈਜੇਸ਼ਨ ਜਿਹੜੀ ਹੈਗੀ ਕਮਿਊਨਿਟੀ ਕਾਉਂਸਲਿੰਗ ਦੀ ਉਹਦੇ ਵਿੱਚ ਸਿਲੈਕਸ਼ਨ ਹੋਣੀ ਆ, ਉਸ ਤੋਂ ਬਾਅਦ ਹੀ ਫਿਰ ਕਮਿਊਨਿਟੀ ਐਂਡ ਵਿਕਟਮ ਸਪੋਰਟ ਦੇ ਵਿੱਚ ਸਿਲੈਕਟ ਕੀਤਾ ਜਾਵੇਗਾ ਕੈਂਡੀਡੇਟ ਨੂੰ। ਇਸ ਤਰ੍ਹਾਂ ਡਿਜੀਟਲ ਫੋਰੈਂਸਿਕ ਹੈ ਜੀ। ਤੇ ਉਸ ਤੋਂ ਬਾਅਦ ਦੀ ਗੱਲ ਕਰੀਏ ਫਿਰ ਮੈਡੀਕਲ ਜਿਹੜਾ ਉਹ ਲੈਤਾ ਜਾਊਗਾ ਜੀ ਜਦੋਂ ਇਹ ਲਿਸਟ ਆਪਣੀ ਜਾਰੀ ਕਰ ਦਿੱਤੀ ਜਾਊਗੀ ਨੰਬਰਾਂ ਦੀ। ਤੇ ਇਹਦੇ ਵਿੱਚ ਜਿਹੜਾ ਸਬਸਟੈਂਸ ਅਬਿਊਜ਼ ਟੈਸਟ ਜਿਹੜਾ ਇੱਕ ਡਰੱਗ ਟੈਸਟ ਹੈ ਉਹਦਾ ਵੀ ਮੈਡੀਕਲ ਚੈੱਕਅਪ ਕੀਤਾ ਜਾਊਗਾ। No relaxation whatsoever shall be granted in any of the parameters of medical। ਤਾਂ ਜੋ ਵੀ ਮੈਡੀਕਲ ਦੇ ਜਿਹੜੇ ਹੈਗੇ ਨੇ ਪੈਰਾਮੀਟਰਸ ਉਹਦੇ ਵਿੱਚ ਕੋਈ ਵੀ ਰਿਲੈਕਸੇਸ਼ਨ ਨਹੀਂ ਕਿਸੇ ਨੂੰ ਦਿੱਤੀ ਜਾਊਗੀ। ਤਾਂ ਹੁਣ ਤੋਂ ਹੀ ਰਿਕੁਐਸਟ ਹੈ ਵੀ ਸਾਰੇ ਜਣੇ ਆਪਣੇ ਫਿਜ਼ੀਕਲ ਫਿਟਨੈਸ ਦਾ ਖਿਆਲ ਰੱਖੋ ਜੀ। ਫਾਈਨਲ ਮੈਰਿਟ ਲਿਸਟ ਦੀ ਗੱਲ ਕਰੀਏ ਤਾਂ ਆ ਫਾਈਨਲ ਮੈਰਿਟ ਲਿਸਟ ਸ਼ੈਲ ਬੀ ਪ੍ਰਪੇਅਰਡ ਆਫਟਰ ਦਾ ਮੈਡੀਕਲ ਬੇਸਡ ਔਨ ਦਾ ਸਿਲੈਕਸ਼ਨ ਲਿਸਟ
prepared in clause 9(6) herein before. For this purpose, the name of the candidate who are not declared fit for service after the medical shall be removed from the selection list, and those vacancies shall be left unfilled and carry forward to the next recruitment. ਤਾਂ ਜਿਹੜੇ ਵੀ ਕੈਂਡੀਡੇਟਸ ਦਾ ਜਿਹੜਾ ਮੈਡੀਕਲ ਹੈਗਾ ਉਹ ਫਿੱਟ ਨਹੀਂ ਪਾਇਆ ਜਾਂਦਾ, ਤਾਂ ਜਿਹੜੀ ਫਾਈਨਲ ਮੈਰਿਟ ਲਿਸਟ ਹੋਊਗੀ ਤਾਂ ਉਹਦੇ ਵਿੱਚ ਜੇ ਨਾਮ ਨਹੀਂ ਆਉਂਦਾ ਤਾਂ ਕੀ ਕੀਤਾ ਜਾਊਗਾ ਕਿ ਜਿਹੜੀਆਂ ਵੈਕੈਂਸੀਜ਼ ਅਨਫਿਲਡ ਰਹਿ ਜਾਣਗੀਆਂ ਉਹਨਾਂ ਨੂੰ ਨੈਕਸਟ ਰਿਕਰੂਟਮੈਂਟ ਦੇ ਲਈ ਰੱਖ ਲਿਆ ਜਾਊਗਾ। ਤੇ ਮੇਨਲੀ ਗੱਲ ਇਹ ਆ ਜਾਂਦੀ ਹੈ ਕਿ ਇਹਦੇ ਵਿੱਚ ਕੋਈ ਵੀ ਵੇਟਿੰਗ ਲਿਸਟ ਨਹੀਂ ਹੈਗੀ, ਹੈ ਨਾ, ਸਿੱਧੀ ਗੱਲ ਇਹ ਹੈ। ਤੇ ਉਸ ਤੋਂ ਅੱਗੇ ਹੈ ਜੀ, ਦ ਸਿਲੈਕਟਡ ਕੈਂਡੀਡੇਟ ਸ਼ੈਲ ਬੀ ਇਸ਼ੂਡ ਐਂਡ ਅਪਾਇੰਟਮੈਂਟ ਲੈਟਰਸ ਸਪੈਸੀਫਾਈ ਦਾ ਡੇਟ ਐਂਡ ਪਲੇਸ ਆਫ ਜੁਆਇਨਿੰਗ। ਤਾਂ ਜਦੋਂ ਵੀ ਆਪਣੀ ਫਿਰ ਮੈਰਿਟ ਲਿਸਟ ਬਣ ਜੂਗੀ ਮੈਡੀਕਲ ਤੋਂ ਬਾਅਦ, ਤਾਂ ਜੁਆਇਨਿੰਗ ਦੇ ਲਈ ਜਿਹੜੀ ਡੇਟ ਤੇ ਪਲੇਸ ਹੈ ਉਹ ਤੁਹਾਨੂੰ ਅਪਾਇੰਟਮੈਂਟ ਲੈਟਰ ਦੇ ਥਰੂ ਦੱਸ ਦਿੱਤੀ ਜਾਊਗੀ। ਤੇ ਇਹ ਕੁਛ ਦੋਸਤੋ NDA ਵਗੈਰਾ ਉਦੋਂ ਸਾਈਨ ਕਰਵਾਇਆ ਜਾਏਗਾ, ਨਾਨ ਡਿਸਕਲੋਜ਼ਰ ਐਗਰੀਮੈਂਟ ਐਟ ਦੀ ਟਾਈਮ ਆਫ ਜੁਆਇਨਿੰਗ, ਹੈ ਨਾ। ਤੇ ਇਹ ਆ ਗਿਆ ਜੀ ਪੁਆਇੰਟ, ਨੋ ਵੇਟਿੰਗ ਲਿਸਟ ਸ਼ੈਲ ਬੀ ਪ੍ਰੀਪੇਅਰਡ ਐਂਡ ਐਨੀ ਅਨਫਿਲਡ ਵੈਕੈਂਸੀ ਸ਼ੈਲ ਬੀ ਕੈਰੀਡ ਫਾਰਵਰਡ ਇਨ ਦਾ ਰਿਸਪੈਕਟ ਰਿਜ਼ਰਵੇਸ਼ਨ ਕੈਟੇਗਰੀ ਟੂ ਦਾ ਨੈਕਸਟ ਰਿਕਰੂਟਮੈਂਟ। ਤਾਂ ਜਿਹੜੀ ਵੀ ਕੈਟਾਗਰੀ ਦੀ ਕੋਈ ਵੈਕੈਂਸੀ ਜਿਹੜੀ ਖਾਲੀ ਰਹਿ ਜਾਂਦੀ ਆ ਤਾਂ ਨੈਕਸਟ ਟਾਈਮ ਉਸੇ ਕੈਟਾਗਰੀ ਨੂੰ, ਜਿਵੇਂ ਬੈਕਲੌਗ ਹੁੰਦਾ ਗਾ, ਤਾਂ ਉਸੇ ਕੈਟਾਗਰੀ ਦੇ ਵਿੱਚ ਨੈਕਸਟ ਰਿਕਰੂਟਮੈਂਟ ਦੇ ਵਿੱਚ ਇਹ ਪੋਸਟ ਫਿਲ ਕਰ ਲਿੱਤੀ ਜਾਵੇਗੀ। ਅੱਗੇ ਫਿਰ ਆ ਜਾਂਦੀ ਨੋ ਵੇਟਿੰਗ ਲਿਸਟ। ਇਹ ਗੱਲ ਦਾ ਧਿਆਨ ਰੱਖਣਾ ਹੀ ਸਾਰਿਆਂ ਨੇ, ਕੋਈ ਵੀ ਵੇਟਿੰਗ ਲਿਸਟ ਨਹੀਂ ਹੈਗੀ। ਕੱਲ ਨੂੰ ਆਪਾਂ ਇੱਥੇ ਰਿਟ ਵਗੈਰਾ ਨਹੀਂ ਪਾ ਸਕਦੇ ਹੈਗੇ ਕਿ ਇੱਥੇ ਸਾਨੂੰ ਵੇਟਿੰਗ ਲਿਸਟ ਦਿੱਤੀ ਜਾਵੇ, ਇਸ ਗੱਲ ਦਾ ਖਾਸ ਤੌਰ ਤੇ ਧਿਆਨ ਰੱਖਿਓ। ਐਟ ਦੀ ਐਂਡ ਹੈਗਾ, ਦਾ ਰਿਕਰੂਟਮੈਂਟ ਪ੍ਰੋਸੈਸ ਸ਼ੈਲ ਬੀ ਡੀਮਡ ਟੂ ਹੈਵ ਬੀਨ ਕੰਪਲੀਟਡ ਔਨ ਦਾ ਐਕਸਪਾਇਰੀ ਆਫ 180 ਡੇਜ਼ ਫਰੋਮ ਦਾ ਡੇਟ ਆਫ ਡੈਕਲੇਰੇਸ਼ਨ ਆਫ ਦਾ ਫਾਈਨਲ ਰਿਜ਼ਲਟ। ਤਾਂ ਜਦੋਂ ਵੀ TSS ਦਾ ਜਿਹੜਾ ਫਾਈਨਲ ਰਿਜ਼ਲਟ ਹੈ ਉਹ ਆ ਜਾਂਦਾ ਤਾਂ ਉਹਦੇ 180 ਦਿਨਾਂ ਦੇ ਵਿੱਚ ਜਿਹੜੀ ਗਵਰਨਮੈਂਟ ਆ ਉਹ ਆਪਾਂ ਨੂੰ ਜੁਆਇਨ ਕਰਵਾਊਗੀ। ਇਹ ਗੱਲ ਐਡਵਰਟਾਈਜ਼ਮੈਂਟ ਦੇ ਵਿੱਚ ਲਿਖੀ ਹੋਈ ਆ। ਤਕਰੀਬਨ 6 ਮਹੀਨਿਆਂ ਦਾ, ਹੈ ਨਾ, ਜਿਹੜਾ ਇਹ ਟਾਈਮ ਬਣ ਜਾਂਦਾ ਗਾ। ਪਰ ਕੱਲ੍ਹ ਹੀ ਇੱਕ ਅਨਾਊਂਸਮੈਂਟ ਕੀਤੀ ਗਈ ਹੈ ਜਦੋਂ ਸਿਵਲੀਅਨ ਸਟਾਫ ਸਪੋਰਟ ਨੂੰ ਜੁਆਇਨਿੰਗ ਲੈਟਰ ਦਿੱਤੇ ਗਏ ਆ ਕਿ ਆਉਣ ਵਾਲੇ 2 ਮਹੀਨਿਆਂ ਦੇ ਵਿੱਚ ਤਕਰੀਬਨ 5000 ਕੈਂਡੀਡੇਟਸ ਨੂੰ ਜੁਆਇਨਿੰਗ ਦਿੱਤੀ ਜਾਊਗੀ। ਤਾਂ ਹੋ ਸਕਦਾ ਕਿ ਆਪਣੀ ਜਿਹੜੀ ਜੁਆਇਨਿੰਗ ਆ ਉਹ 2 ਮਹੀਨਿਆਂ ਦੇ ਵਿੱਚ ਹੀ ਕੰਪਲੀਟ ਕਰ ਲਿੱਤੀ ਜਾਵੇ। ਇਸ ਤੋਂ ਬਾਅਦ ਦੋਸਤੋ ਆਪਾਂ ਫਿਰ ਇੱਕ ਅੱਗੇ ਐਕਸਲ ਸੀਟ ਦੇ ਉੱਤੇ ਚੱਲਦੇ ਹਾਂ ਜੀ। ਇਹ ਇੱਕ ਮੈਂ ਤੁਹਾਨੂੰ ਨੋਟੀਫਿਕੇਸ਼ਨ ਵੀ ਦੱਸਦਾ ਜੀ, 5/1/2023 ਨੂੰ ਜਿਹੜਾ ਹੈਗਾ ਜਾਰੀ ਕੀਤਾ ਗਿਆ ਸੀ, ਜਿਹਦੇ ਵਿੱਚ ਕਿ ਅਲੱਗ-ਅਲੱਗ ਕੈਟਾਗਰੀ ਦੇ ਵਿੱਚ ਕਿੰਨੀਆਂ ਪੋਸਟਾਂ ਹੋਣਗੀਆਂ। ਜਿਵੇਂ SC MB ਤੇ SC RO ਬਾਰੇ ਦੱਸਿਆ ਗਿਆ। 137 ਪੋਸਟਾਂ ਜਿਹੜੀਆਂ ਹੈਗੀਆਂ ਨੇ ਉਹ ਡਿਵਾਈਡ ਕੀਤੀਆਂ ਗਈਆਂ ਨੇ ਮੁੰਡਿਆਂ ਦੇ ਵਿੱਚ ਤੇ 91 ਵੂਮੈਨਸ ਦੀਆਂ। ਤਾਂ ਇਸ ਡਾਟਾਬੇਸ ਦੇ ਬਿਹਾਫ ਤੇ ਆਪਾਂ ਹੁਣ ਚੈੱਕ ਕਰਾਂਗੇ ਕਿ ਆਪਣੀ ਜਿਹੜੀਆਂ ਕਿਹੜੇ ਡੋਮੇਨ ਦੇ ਵਿੱਚ ਕਿੰਨੀਆਂ ਸੀਟਾਂ ਹੋ ਸਕਦੀਆਂ ਨੇ। ਇੱਥੇ ਦਾ ਟੋਟਲ ਦੱਸਤਾ ਤੁਹਾਨੂੰ 137, ਪਰ ਹੁਣ ਆਪਾਂ ਐਕਸਲ ਸੀਟ ਦੇ ਵਿੱਚ ਚੈੱਕ ਕਰਾਂਗੇ ਕਿ ਕਿਹੜੇ ਡੋਮੇਨ ਦੇ ਵਿੱਚ ਕਿੰਨੀਆਂ ਪੋਸਟਾਂ ਜਿਹੜੀਆਂ ਉਹ SC MB ਨੂੰ ਮਿਲ ਸਕਦੀਆਂ ਨੇ, ਕਿੰਨੀਆਂ SC RO ਨੂੰ ਮਿਲ ਸਕਦੀਆਂ, ਕਿੰਨੀਆਂ BC ਨੂੰ, ਤੇ ਜਾਂ ਫਿਰ ਜਰਨਲ ਦੇ ਵਿੱਚ। ਤਾਂ ਟੋਟਲ 2340 ਪੋਸਟਾਂ, ਇਹਨਾਂ 'ਚ ਕੋਈ ਚੇਂਜ ਨਹੀਂ, ਪਰ ਇੱਥੇ ਜਿਹੜੀ ਬਾਈਫਰਕੇਸ਼ਨ ਆ ਉਹ ਆਪਾਂ ਨੂੰ ਦੇ ਦਿੱਤੀ ਗਈ ਹੈ ਗਵਰਨਮੈਂਟ ਵੱਲੋਂ। ਇਸ ਤੁਹਾਡੇ ਸਾਹਮਣੇ ਐਕਸਲ ਸੀਟ ਆ ਗਈ ਜੀ, ਜਿਹਦੇ ਵਿੱਚ ਕਿ ਤੁਸੀਂ ਸਭ ਤੋਂ ਪਹਿਲਾਂ ਦੇਖ ਸਕਦੇ ਹੋ ਕਿ ਸਾਰੀਆਂ ਕੈਟਾਗਰੀਜ਼ ਜਿਹੜੀਆਂ ਨੇ ਉਹ ਲਿਖੀਆਂ ਹੋਈਆਂ ਨੇ। ਉਸ ਤੋਂ ਬਾਅਦ ਮੈਨਸ ਲਈ ਕਿੰਨੀਆਂ ਪੋਸਟਾਂ ਨੇ ਤੇ ਵੂਮੈਨਸ ਲਈ। ਤਾਂ ਇਹ ਟੋਟਲ 2340 ਪੋਸਟਾਂ ਬਣ ਜਾਂਦੀਆਂ ਨੇ। ਤੇ ਟੋਟਲ ਕਿੰਨੀਆਂ ਬਣ ਜਾਂਦੀਆਂ ਇੱਕ ਕੈਟਾਗਰੀ ਦੇ ਵਿੱਚ ਗਰਲਸ ਤੇ ਬॉयਜ਼ ਦੀਆਂ ਵੈਕੈਂਸੀਜ਼ ਨੂੰ ਮਿਲਾ ਕੇ, ਤਾਂ ਇਹ 961 ਨੇ। ਤੁਸੀਂ ਇੱਥੇ ਸਮ ਦੇਖ ਸਕਦੇ ਹੋ ਤੇ ਇੱਥੇ ਵੀ ਸੇਮ ਤੁਹਾਨੂੰ ਜਿਹੜਾ ਰਿਫਲੈਕਟ ਹੋ ਜਾਊਗਾ। ਇਸ ਤੋਂ ਬਾਅਦ ਦੋਸਤੋ ਪਰਸੈਂਟੇਜ ਆ ਜਾਂਦੀ ਆ ਕਿ 2340 ਦੇ ਵਿੱਚੋਂ ਕਿੰਨੀਆਂ ਜਿਹੜੀਆਂ ਵੈਕੈਂਸੀਜ਼ ਨੇ, ਪਰਸੈਂਟੇਜ ਹੈਗੀ ਉਹ ਕਿਹੜੀ ਕੈਟਾਗਰੀ ਨੂੰ, ਹੈ ਨਾ, ਮਿਲ ਰਹੀ ਹੈ। ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਜਨਰਲ ਕੈਟਾਗਰੀ ਜਿਹੜੀ 41% ਪੋਸਟਾਂ ਇੱਥੇ ਪਈਆਂ ਤੇ 10% EWS ਦੇ ਵਿੱਚ ਨੇ। ਤਾਂ ਤਕਰੀਬਨ 51 ਤੋਂ 52 ਜਿਹੜੀਆਂ % ਇਹ ਪੋਸਟਾਂ ਹੁੰਦੀਆਂ ਨੇ ਇਹ ਜਨਰਲ ਕੈਟਾਗਰੀ ਦੇ ਵਿੱਚ ਚਲੀਆਂ ਜਾਂਦੀਆਂ ਨੇ। ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸ਼ਡਿਊਲਡ ਕਾਸਟ ਦੇ ਲਈ 20% ਜਿਹੜੀਆਂ ਵੈਕੈਂਸੀਜ਼ ਸ਼ੋਅ ਹੋ ਰਹੀਆਂ ਨੇ, ਪਰ ਅੱਗੇ ਤੁਸੀਂ ਦੇਖੋਗੇ ਤਾਂ ਇਹ 10% ਜਿਹੜੀਆਂ ਹੈਗੀਆਂ ਇਹ ਹੋ ਜਾਣੀਆਂ ਨੇ ਦੋਵੇਂ ਕੈਟਾਗਰੀਜ਼ ਦੇ ਵਿੱਚ। ਤਾਂ ਇੱਥੇ ਫਾਈਨਲੀ ਜਿਹੜਾ ਹੈਗਾ ਟੋਟਲ ਕੈਂਡੀਡੇਟਸ ਕਿੰਨੇ ਜਣਿਆਂ ਨੇ ਫਿਜ਼ੀਕਲ ਵਾਸਤੇ ਬੁਲਾਇਆ ਗਿਆ ਸੀਗਾ। ਤਾਂ ਜੇ ਉਸ ਹਿਸਾਬ ਨਾਲ ਦੇਖੀਏ ਤਾਂ ਆਪਣਾ 1:3 ਦਾ ਜਿਹੜਾ ਕੰਪੀਟੀਸ਼ਨ ਬਣਦਾ ਹੈਗਾ ਕਾਂਸਟੇਬਲ ਦੇ ਵਿੱਚ 2340 ਵੈਕੈਂਸੀਜ਼ ਦੇ ਲਈ। ਇਸ ਤੋਂ ਬਾਅਦ ਦੀ ਗੱਲ ਕਰੀਏ ਤਾਂ ਦੋਸਤੋ ਜਿਹੜਾ ਮੈਂ ਤੁਹਾਨੂੰ ਇੱਕ ਨੋਟੀਫਿਕੇਸ਼ਨ ਦਿਖਾਇਆ ਸੀ ਜਨਵਰੀ ਦੇ ਵਿੱਚ ਇਸ਼ੂ ਕੀਤਾ ਗਿਆ ਸੀ, ਉਹਦੇ ਅਕੋਰਡਿੰਗ ਜਿਹੜੀ ਬਾਈਫਰਕੇਸ਼ਨ ਆ ਉਹ ਹੋ ਚੁੱਕੀ ਹੈਗੀ ਕਿ ਕਿਹੜੀ ਕੈਟਾਗਰੀ ਦੇ ਵਿੱਚ ਕਿੰਨੀਆਂ ਪੋਸਟਾਂ ਹੋਣਗੀਆਂ। ਤੇ ਉਹਦੇ ਅਕੋਰਡਿੰਗ ਜਿਹੜੀ ਪਰਸੈਂਟੇਜ ਆ ਉਹ ਵੀ ਆਪਾਂ ਕੱਢ ਲਈ ਹੈ ਕਿ
ਜਰਨਲ ਕੈਟਾਗਰੀ ਦੇ ਵਿੱਚ 40% ਜਿਹੜੀਆਂ ਪੋਸਟਾਂ ਉਹ ਭਰੀਆਂ ਜਾਣੀਆਂ ਨੇ 2340 ਦੇ ਵਿੱਚੋਂ, ਤੇ ਬਾਕੀ ਵੀ ਕੈਟਾਗਰੀਜ਼ ਦੀ ਜਿਹੜੀ ਇਹ ਲਿਸਟ ਹੈ ਪਰਸੈਂਟੇਜ ਦੀ ਉਹ ਦਿੱਤੀ ਹੋਈ ਆ। ਤੇ ਇਹ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਕਿ 1:3 ਦਾ ਜਿਹੜਾ ਕੰਪੀਟੀਸ਼ਨ ਹੈ ਆਪਣੇ 2340 ਕੈਂਡੀਡੇਟਸ ਦੇ ਵਿੱਚ। ਅੱਗੇ ਲਾਸਟ ਆ ਜਾਂਦਾ ਦੋਸਤੋ, ਜਿਹੜੀ ਕਿ ਇਹ ਮੇਨ ਆ ਜਾਂਦੀ ਹੈ ਗੱਲ ਕਿ ਕਿਸ ਤਰੀਕੇ ਨਾਲ ਕਿੰਨੀਆਂ ਪੋਸਟਾਂ ਹੋਣਗੀਆਂ ਅਲੱਗ-ਅਲੱਗ ਕੈਟਾਗਰੀ ਦੇ ਵਿੱਚ। ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਟੋਟਲ 2340 ਵੈਕੈਂਸੀਜ਼ ਬਣ ਜਾਂਦੀਆਂ ਨੇ ਸਾਰੀਆਂ ਜੋੜ ਕੇ। ਜਿਵੇਂ ਮੈਂ ਤੁਹਾਨੂੰ ਪਿਛਲੀ ਸੀਟ ਦੇ ਵਿੱਚ ਦੱਸਿਆ ਸੀਗਾ ਕਿ ਕਿੰਨੀ ਪਰਸੈਂਟੇਜ ਬਣਦੀ ਹੈ ਅਲੱਗ-ਅਲੱਗ ਕੈਟਾਗਰੀਜ਼ ਦੀ, ਤਾਂ ਉਸ ਅਕੋਰਡਿੰਗ ਇੱਥੇ ਪਰਸੈਂਟੇਜ ਆ ਚੁੱਕੀ ਹੈ ਜੀ। ਇੱਥੇ ਆਪਾਂ ਹੁਣ ਜਿਵੇਂ ਸਭ ਤੋਂ ਪਹਿਲਾਂ 505 ਪੋਸਟਾਂ ਫਿਲ ਕਰਦੇ ਹਾਂ ਜੀ ਡਾਟਾ ਐਨਾਲਿਟਿਕਸ ਦੀਆਂ, ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਿੱਚ ਜਨਰਲ ਕੈਟਾਗਰੀ ਦੇ ਲਈ 202 ਪੋਸਟਾਂ ਨੇ। ਇਹ ਕਾਮਨ ਨੇ ਜੀ ਮੁੰਡੇ ਤੇ ਕੁੜੀਆਂ ਦੀਆਂ, ਤੇ ਬਾਕੀ ਕੈਟਾਗਰੀ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਪੋਸਟਾਂ ਜਿਹੜੀਆਂ ਉਹ ਆ ਜਾਣੀਆਂ ਨੇ। ਤਾਂ ਇਹ ਟੋਟਲ ਜਿਹੜੀਆਂ 505 ਪੋਸਟਾਂ ਬਣ ਜਾਂਦੀਆਂ ਨੇ, ਤੇ ਅਲੱਗ-ਅਲੱਗ ਕੈਟਾਗਰੀ ਦੇ ਵਿੱਚ ਇਸ ਤਰੀਕੇ ਨਾਲ ਜਿਹੜੀਆਂ ਪੋਸਟਾਂ ਉਹ ਡਿਵਾਈਡ ਹੋ ਜਾਣੀਆਂ। ਤਾਂ ਇੱਥੋਂ ਤੁਹਾਨੂੰ ਕਲੀਅਰ ਹੋ ਸਕਦੀ ਹੈ ਪਿਕਚਰ ਵੀ ਜਿਹੜੀ ਕੱਟ ਆਫ ਆ ਉਹ ਕਿੱਥੇ ਕੁ ਜਾ ਸਕਦੀ ਹੈਗੀ। ਤਾਂ ਇੱਥੇ ਆਪਾਂ ਸ਼ੁਰੂ ਤੋਂ ਚੈੱਕ ਕਰਦੇ ਹਾਂ ਜੀ ਕਿ ਸਾਈਬਰ ਸਿਕਿਉਰਿਟੀ ਦੇ ਵਿੱਚ ਕਿੰਨੀਆਂ ਪੋਸਟਾਂ ਨੇ। ਸਾਰੀਆਂ ਜਿਹੜੀਆਂ ਪੋਸਟਾਂ ਦੀ ਆਪਾਂ ਇਸ ਤਰੀਕੇ ਨਾਲ ਲਿਸਟ ਦੇਖਾਂਗੇ ਤਾਂ ਕਿ ਤੁਹਾਨੂੰ ਆਈਡੀਆ ਹੋ ਸਕੇ ਹੈ ਨਾ ਕਿ ਕਿੰਨਾ ਕੰਪੀਟੀਸ਼ਨ ਹੈ ਤੇ ਕਿਹੜੀ ਕੈਟਾਗਰੀ 'ਚ ਕਿੰਨੀਆਂ ਪੋਸਟਾਂ ਆ ਸਕਦੀਆਂ ਨੇ, ਤੇ ਇਸ ਤੋਂ ਹੀ ਆਈਡੀਆ ਮਿਲ ਜੂਗਾ। ਪਹਿਲਾਂ ਆਪਾਂ ਸਾਈਬਰ ਸਿਕਿਉਰਿਟੀ ਦੀ ਗੱਲ ਕਰੀਏ ਤਾਂ 25 ਪੋਸਟਾਂ ਨੇ ਜੀ ਇਸ ਦੇ ਵਿੱਚ। 10 ਪੋਸਟਾਂ ਜਿਵੇਂ ਤੁਸੀਂ ਦੇਖ ਚੁੱਕੇ ਹੋ ਕਿ ਜਨਰਲ ਕੈਟਾਗਰੀ ਦੇ ਵਿੱਚ ਨੇ, 2 SC MB, 2 SC RO BC। ਮੈਂ ਕੱਲੀ ਗਿਣਾਊਂਗਾ ਤਾਂ ਬਹੁਤ ਟਾਈਮ ਲੱਗ ਜਾਣਾ ਜੀ। ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਹ ਟੋਟਲ 24 ਪੋਸਟਾਂ ਮੈਨੂੰ ਸ਼ੋਅ ਹੋ ਰਹੀਆਂ ਇਸ ਜਗ੍ਹਾ ਦੇ ਉੱਤੇ। ਜੇ ਇਹਨੂੰ ਜੋੜੋਗੇ ਤਾਂ ਇਹ 24 ਬਣ ਜਾਣਗੀਆਂ। ਤਾਂ ਇੱਕ ਜਿਹੜੀ ਪੋਸਟ ਹੈਗੀ ਉਹ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਕਿਸੇ ਕੈਟਾਗਰੀ ਨੂੰ ਮਿਲੇਗੀ, ਚਾਹੇ ਤਾਂ ਉਹ ਫਰੀडम ਫਾਈਟਰ ਹੋਵੇ। ਜ਼ਿਆਦਾ ਚਾਂਸ ਕਿਹਦੇ ਵਿੱਚ ਨੇ? ਫਰੀडम ਫਾਈਟਰ ਦੇ ਵਿੱਚ, ਕਿਉਂਕਿ ਤੁਸੀਂ ਦੇਖੋਗੇ ਕਿ 0.235 ਜਿਹੜਾ ਹੈਗਾ ਇਹਦੀ ਵੈਲਿਊ ਹੈ ਇਹਨਾਂ ਤੋਂ ਜ਼ਿਆਦਾ ਗਈ। ਤਾਂ ਇਹ ਜਿਹੜੀਆਂ ਪਿਓਰਲੀ ਤੁਹਾਨੂੰ ਸਾਹਮਣੇ ਦੇਖ ਰਹੀਆਂ ਪੋਸਟਾਂ ਨੇ ਇਹ 24 ਨੇ। ਤੁਸੀਂ ਜਦੋਂ ਜੋੜੋਗੇ, ਇੱਕ ਵਾਰ ਮੈਂ ਤੁਹਾਨੂੰ ਦੱਸ ਦਿੰਦਾ, 10 ਤੇ 2 12। ਪਹਿਲਾਂ ਆਪਾਂ ਇੱਥੋਂ ਤੱਕ ਹੀ ਦੇਖ ਲੈਂਦੇ ਹਾਂ ਜੀ ਸਿੱਧਾ। ਇਹ 21 ਪੋਸਟਾਂ ਬਣ ਗਈਆਂ ਜੀ, ਤੇ ਉਸ ਤੋਂ ਬਾਅਦ 2 ਇੱਥੇ ਆ ਗਈਆਂ ਤੇ 1 ਇੱਥੇ ਆ ਗਈ। ਟੋਟਲ ਇਹ 24 ਪੋਸਟਾਂ ਬਣਦੀਆਂ ਨੇ। ਤਾਂ ਜਿਵੇਂ ਮੈਂ ਦੱਸ ਚੁੱਕਿਆ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਫਿਰ ਜਿਹੜੀ ਇੱਕ ਪੋਸਟ ਕਿਸੇ ਵੀ ਕੈਟਾਗਰੀ ਨੂੰ ਮਿਲ ਸਕਦੀ ਹੈ। ਜ਼ਿਆਦਾ ਚਾਂਸ ਫਰੀडम ਫਾਈਟਰ ਦੇ ਨੇ। ਸੈਕਿੰਡ ਦੇਖ ਲੈਂਦੇ ਹਾਂ GIS ਦੀਆਂ। ਇਹਦੀਆਂ ਟੋਟਲ 10 ਵੈਕੈਂਸੀਜ਼ ਸੀਗੀਆਂ, ਤੇ ਇਹਦੇ ਵਿੱਚੋਂ ਵੀ 9 ਵੈਕੈਂਸੀਜ਼ ਤਾਂ ਬਿਲਕੁਲ ਕਲੀਅਰ ਨੇ ਕਿਹੜੀ ਕੈਟਾਗਰੀ ਨੂੰ ਮਿਲਣਗੀਆਂ। ਤੇ ਇੱਥੇ ਆਪਾਂ ਦੇਖ ਲੈਂਦੇ ਹਾਂ ਕਿ ਕਿਹਦੇ ਚਾਂਸ ਜ਼ਿਆਦਾ ਨੇ ਪੋਸਟ ਮਿਲਣ ਦੇ। ਤਾਂ ਤੁਸੀਂ ਦੇਖ ਸਕਦੇ ਹੋ ਕਿ SC MB ਐਕਸ ਸਰਵਿਸਮੈਨ ਦੇ ਵਿੱਚ ਇੱਕ ਜਿਹੜੀ ਸੀਟ ਆ ਉਹ ਮਿਲ ਸਕਦੀ ਹੈ ਇੱਥੇ GIS ਦੇ ਵਿੱਚ। ਅੱਗੇ ਡਾਟਾ ਮਾਈਨਿੰਗ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਟੋਟਲ 22 ਪੋਸਟਾਂ ਸੀਗੀਆਂ। 20 ਪੋਸਟਾਂ ਤਾਂ ਬਿਲਕੁਲ ਹੀ ਕਲੀਅਰ ਨੇ ਕਿੱਥੇ ਹੋਣਗੀਆਂ, ਤੇ ਫਿਰ 2 ਪੋਸਟਾਂ ਜਿਹੜੀਆਂ ਹੈਗੀਆਂ ਨੇ ਇਹ ਤਿੰਨੇ ਕੈਟਾਗਰੀ ਦੇ ਵਿੱਚ ਹੋ ਸਕਦੀਆਂ ਨੇ, ਫਰੀडम ਫਾਈਟਰ, ਸਪੋਰਟਸ SC MB ਜਾਂ SC RO ਦੇ ਵਿੱਚ। ਇਸ ਤੋਂ ਅੱਗੇ 25 ਪੋਸਟਾਂ OSI NIT ਦੀਆਂ ਆ ਜਾਂਦੀਆਂ ਨੇ ਜੀ। OSI NIT ਦੇ ਵਿੱਚ ਵੀ 24 ਪੋਸਟਾਂ ਬਿਲਕੁਲ ਕਲੀਅਰ ਨੇ, ਤੇ 1 ਪੋਸਟ ਫਿਰ ਜਿਹੜੀ ਹੈਗੀ ਉਹ ਫਰੀडम ਫਾਈਟਰ ਨੂੰ ਇਹਦੇ 'ਚ ਮਿਲ ਸਕਦੀ ਆ। ਨੈਕਸਟ ਗੱਲ ਕਰਦੇ ਹਾਂ ਜੀ ਨੈਟਵਰਕ ਮੈਨੇਜਮੈਂਟ ਦੇ ਵਿੱਚ। ਤਾਂ ਨੈਟਵਰਕ ਮੈਨੇਜਮੈਂਟ ਦੇ ਵਿੱਚ ਜਿਹੜੀਆਂ ਟੋਟਲ 85 ਪੋਸਟਾਂ ਹੈਗੀਆਂ ਨੇ, ਤੇ ਇਹ ਸਿੱਧੀਆਂ ਕਲੀਅਰ ਨੇ 85 ਪੋਸਟਾਂ। ਇਹਨਾਂ ਦੇ ਦੋਸਤੋ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜਿਹੜੇ ਕੈਂਡੀਡੇਟਸ ਨੇ ਜਿਸ ਕਿਸੇ ਵੀ ਡੋਮੇਨ ਦੇ ਵਿੱਚ ਅਪਲਾਈ ਕੀਤਾ ਹੈਗਾ। ਅੱਗੇ ਗੱਲ ਕਰਦੇ ਹਾਂ ਡਾਟਾ ਐਨਾਲਿਟਿਕਸ ਦੀ। ਤਾਂ ਇਹਦੀਆਂ ਵੀ 505 ਵੈਕੈਂਸੀਜ਼ ਆ ਜਾਂਦੀਆਂ ਨੇ, ਡਾਇਰੈਕਟ ਨੇ ਕਿ ਕਿੰਨੀਆਂ ਕਿਹੜੀ ਕੈਟਾਗਰੀ ਦੇ ਵਿੱਚ ਆ ਜਾਣੀਆਂ ਨੇ ਵੈਕੈਂਸੀਜ਼। ਉਸ ਤੋਂ ਬਾਅਦ 150 ਵੈਕੈਂਸੀਜ਼ ਜਿਹੜੀਆਂ ਹੈਗੇ ਨੇ ਉਹ ਵਾਇਰਲੈਸ ਐਂਡ ਟੈਲੀਕਮਿਊਨੀਕੇਸ਼ਨ ਦੀਆਂ ਨੇ। ਇਹਦੇ ਵਿੱਚ ਵੀ ਤੁਸੀਂ ਕਲੀਅਰਲੀ ਦੇਖ ਸਕਦੇ ਹੋ ਕਿ ਕਿੰਨੀਆਂ ਪੋਸਟਾਂ ਕਿਹੜੀ ਕੈਟਾਗਰੀ ਦੇ ਲਈ ਨੇ। ਇਸ ਤੋਂ ਅੱਗੇ ਵੈਬਸਾਈਟ ਐਡਮਿਨਿਸਟ੍ਰੇਸ਼ਨ ਦੀਆਂ 10 ਪੋਸਟਾਂ ਆ ਜਾਂਦੀਆਂ ਨੇ। ਇਹਦੇ ਵਿੱਚ ਤਕਰੀਬਨ 9 ਪੋਸਟਾਂ ਤਾਂ ਬਿਲਕੁਲ ਹੀ ਕਲੀਅਰ ਨੇ। ਤੁਸੀਂ ਦੇਖ ਸਕਦੇ ਹੋ ਕਿ ਤਕਰੀਬਨ 8 ਪੋਸਟਾਂ ਇੱਥੇ ਨੇ ਤੇ 9ਵੀਂ ਇੱਥੇ ਆ, ਤੇ 10ਵੀਂ ਪੋਸਟ ਜਿਹੜੀ ਮਿਲ ਸਕਦੀ ਹੈਗੀ ਉਹ ਸਪੋਰਟਸ ਜਨਰਲ ਕੈਟਾਗਰੀ ਦੇ ਵਿੱਚ ਆ ਸਕਦੀ ਹੈ ਉਹ ਪੋਸਟ। ਇਸ ਚੀਜ਼ ਦੀ ਸੰਭਾਵਨਾ ਹੈ। ਅੱਗੇ ਗੱਲ ਕਰੀਏ ਤਾਂ ਕੰਪਿਊਟਰ ਡਿਜੀਟਲ ਫੋਰੈਂਸਿਕ ਐਨਾਲਿਸਿਸ ਦੀਆਂ 12 ਪੋਸਟਾਂ ਨੇ। ਇਹਦੇ ਵਿੱਚੋਂ 10 ਪੋਸਟਾਂ ਤਾਂ ਬਿਲਕੁਲ ਕਲੀਅਰ ਨੇ। ਇਹ ਟੌਪ ਤੇ 9 ਪੋਸਟਾਂ ਪਈਆਂ ਨੇ, ਤੇ ਇੱਕ EWS ਕੈਟਾਗਰੀ ਦੇ ਵਿੱਚ ਪਈ ਹੈ।
ਤੇ ਇਸ ਤੋਂ ਬਾਅਦ ਜਿਹੜੀ ਪੋਸੀਬਿਲਿਟੀ ਹੋ ਸਕਦੀ ਹੈ ਤਾਂ ਉਹ ਜਰਨਲ ਕੈਟਾਗਰੀ ਸਪੋਰਟਸ ਦੇ ਵਿੱਚ ਹੋ ਸਕਦੀ ਆ। ਇਸ ਤੋਂ ਅੱਗੇ ਸਿਸਟਮ ਐਡਮਿਨਿਸਟ੍ਰੇਸ਼ਨ ਦੀਆਂ 120 ਪੋਸਟਾਂ ਨੇ, ਤਾਂ 120 ਦੀਆਂ 120 ਕਲੀਅਰ ਪੋਸਟਾਂ ਨੇ ਜੀ। ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਕਿਹੜੀ ਕੈਟਾਗਰੀ ਦੇ ਵਿੱਚ ਕਿੰਨੀਆਂ ਪੋਸਟਾਂ ਆ ਸਕਦੀਆਂ ਨੇ। ਇਸ ਤੋਂ ਬਾਅਦ ਆ ਜਾਂਦੀਆਂ ਜੀ ਪੋਸਟਾਂ ਪ੍ਰੋਗਰਾਮਿੰਗ ਕੋਡਿੰਗ ਦੀਆਂ। ਪ੍ਰੋਗਰਾਮਿੰਗ ਕੋਡਿੰਗ ਦੀਆਂ ਵੀ 100 ਪੋਸਟਾਂ ਨੇ। ਸਕਰੀਨਸ਼ਾਟ ਲੈ ਸਕਦੇ ਹੋ ਜੀ ਤੁਸੀਂ ਆਪਣੇ ਜਿਸ ਤਰੀਕੇ ਨਾਲ ਡੋਮੇਨ ਫਿਲ ਕੀਤੇ ਹੋਏ ਹੈਗੇ। ਇਸ ਤੋਂ ਬਾਅਦ ਆ ਗਈ ਡਾਟਾ ਐਡਮਿਨਿਸਟ੍ਰੇਸ਼ਨ ਦੀਆਂ, ਉਹਦੀਆਂ ਵੀ 100 ਪੋਸਟਾਂ ਨੇ। ਸੇਮ ਜਿਹੜੀ ਡਿਵਾਈਡੇਸ਼ਨ ਉਹ ਕੀਤੀ ਜਾਊਗੀ ਇਸੇ ਤਰ੍ਹਾਂ ਹੀ। IT ਸਪੋਰਟ ਦੀਆਂ 118 ਪੋਸਟਾਂ ਆ ਜਾਂਦੀਆਂ ਨੇ ਜੀ। ਇਹ ਤੁਸੀਂ ਦੇਖ ਸਕਦੇ ਹੋ ਕਿ 47 ਜਰਨਲ ਕੈਟਾਗਰੀ ਦੇ ਵਿੱਚ ਆ ਜਾਣਗੀਆਂ, 11 ਜਿਹੜੀਆਂ EWS ਦੇ ਵਿੱਚ ਆ ਜਾਣਗੀਆਂ, ਤੇ ਕਈ ਜਗ੍ਹਾ ਤੇ ਸਿਰਫ ਇੱਕ ਪੋਸਟ ਹੀ ਹੈ, ਕਈ ਜਗ੍ਹਾ ਤੇ ਦੋ ਨੇ। ਇੱਥੇ ਵੀ ਜੇਕਰ ਆਪਾਂ ਗੱਲ ਕਰੀਏ ਰਿਜ਼ਰਵ ਕੈਟਾਗਰੀ ਦੇ ਵਿੱਚ 11 ਪੋਸਟਾਂ ਨੇ, ਤਾਂ ਇਹ 11 ਪੋਸਟਾਂ ਦੇ ਵਿੱਚੋਂ ਗਰਲਸ ਦੇ ਲਈ 33% ਵਿੱਚੋਂ ਹੀ ਹੋਣਗੀਆਂ। ਇਹ ਵੀ ਸਾਰੇ ਕੈਟਾਗਰੀ ਵਾਸਤੇ ਹੀ ਤੁਸੀਂ 33% ਅਲੱਗ ਕਰ ਲੈਣੀਆਂ ਨੇ ਪੋਸਟਾਂ। ਅੱਗੇ ਆ ਜਾਂਦੀ ਹੈ ਸਾਈਬਰ ਕ੍ਰਾਈਮ, ਉਹਦੇ ਵਿੱਚ ਵੀ 100 ਪੋਸਟਾਂ ਨੇ ਜੀ। ਅੱਗੇ ਕਮਿਊਨਿਟੀ ਐਂਡ ਵਿਕਟਮ ਸਪੋਰਟ ਦੀਆਂ 382 ਪੋਸਟਾਂ ਨੇ। ਸਕਰੀਨਸ਼ਾਟ ਲੈ ਸਕਦੇ ਹੋ ਤੁਸੀਂ, ਤੁਹਾਨੂੰ ਕਲੀਅਰ ਹੋ ਜਾਊਗਾ ਕਿ ਕਿੰਨੀਆਂ ਪੋਸਟਾਂ ਜਿਹੜੀਆਂ ਤੁਹਾਡੀ ਕੈਟਾਗਰੀ ਦੇ ਵਿੱਚ ਆ ਰਹੀਆਂ ਨੇ 382 ਦੇ ਵਿੱਚੋਂ। ਕਮਿਊਨਿਟੀ ਕਾਉਂਸਲਿੰਗ ਦੀਆਂ 38 ਪੋਸਟਾਂ ਨੇ। 37 ਪੋਸਟਾਂ ਬਿਲਕੁਲ ਕਲੀਅਰ ਨੇ, ਪਰ ਜਿਹੜੀਆਂ ਇਹ ਤਿੰਨ ਕੈਟਾਗਰੀਜ਼ ਨੇ, ਇਹਨਾਂ ਦੇ ਵਿੱਚੋਂ ਪੋਸੀਬਿਲਿਟੀ ਹੈਗੀ ਆ ਕਿ ਫਰੀडम ਫਾਈਟਰ ਨੂੰ ਇੱਕ ਸੀਟ ਮਿਲ ਜੂਗੀ। ਅੱਗੇ ਫੋਰੈਂਸਿਕ ਐਨਾਲਿਸਿਸ ਦੀਆਂ ਆਈਆਂ 81 ਪੋਸਟਾਂ। ਇਹਦੇ ਵਿੱਚ ਕਲੀਅਰਲੀ ਹੈ ਜੀ ਕਿ 81 ਦੀਆਂ 81 ਪੋਸਟਾਂ ਉਹ ਅਲੱਗ-ਅਲੱਗ ਕੈਟਾਗਰੀ ਨੂੰ ਮਿਲ ਜਾਣੀਆਂ, ਬਟ ਇਹ 'ਚ ਸਪੋਰਟਸ SCRO ਨੂੰ ਨਹੀਂ ਕੋਈ ਮਿਲੂਗੀ ਸੀਟ। 60 ਪੋਸਟਾਂ ਜਿਹੜੀਆਂ ਹਿਊਮਨ ਰਿਸੋਰਸ ਮੈਨੇਜਮੈਂਟ ਦੇ ਵਿੱਚ ਆ ਗਈਆਂ। 59 ਪੋਸਟਾਂ ਬਿਲਕੁਲ ਕਲੀਅਰ ਨੇ। ਇੱਕ ਪੋਸਟ ਜਿਹੜੀ ਫਿਰ ਆਏਗੀ ਇੱਥੇ ਸਪੋਰਟਸ SCMB ਨੂੰ ਮਿਲ ਸਕਦੀ ਹੈ, ਇਹਦੀ ਪੋਸੀਬਿਲਿਟੀ ਆ। 382 ਪੋਸਟਾਂ ਫਿਰ ਲੀਗਲ ਦੇ ਵਿੱਚ ਆ ਜਾਂਦੀਆਂ ਨੇ ਜੀ। ਤਾਂ 153 ਇੱਥੇ ਜਰਨਲ ਕੈਟਾਗਰੀ ਦੇ ਵਿੱਚ ਚਲੇ ਜਾਣਗੀਆਂ ਪੋਸਟਾਂ, ਤੇ ਬਾਕੀ ਵੀ ਤੁਹਾਡੇ ਸਾਹਮਣੇ ਹੀ ਨੇ। ਲਾਸਟ ਤੇ ਰੋਡ ਸੇਫਟੀ ਐਂਡ ਰੈਗੂਲੇਸ਼ਨ, ਇਹਦੀਆਂ 15 ਪੋਸਟਾਂ ਨੇ ਜੀ। ਤਾਂ 15 ਦੇ ਵਿੱਚੋਂ ਜਿਹੜੀਆਂ ਤਕਰੀਬਨ 13 ਪੋਸਟਾਂ ਬਿਲਕੁਲ ਕਲੀਅਰ ਨੇ, 12 ਪੋਸਟਾਂ ਇਹ ਰਹੀਆਂ ਜੀ, ਤੇ ਇੱਕ ਪੋਸਟ EWS ਦੇ ਵਿੱਚ ਆ। ਤਾਂ 13 ਪੋਸਟਾਂ ਬਿਲਕੁਲ ਕਲੀਅਰ ਨੇ। ਬਾਕੀ ਫਿਰ ਜਿਹੜੀਆਂ 2 ਪੋਸਟਾਂ ਨੇ ਉਹ ਮਿਲ ਸਕਦੀ ਹੈ, ਇੱਕ ਤਾਂ ਸਪੋਰਟਸ ਜਰਨਲ ਕੈਟਾਗਰੀ ਦੇ ਵਿੱਚ, ਤੇ ਦੂਸਰੀ ਮਿਲ ਸਕਦੀ ਆ ਐਕਸ ਸਰਵਿਸਮੈਨ SCMB ਦੇ ਵਿੱਚ। ਤਾਂ ਦੋਸਤੋ ਇਹ ਫਾਈਨਲ ਜਿਹੜੀ ਹੈਗੀ ਇੱਕ ਲਿਸਟ ਬਣਾਈ ਗਈ ਆ। ਆਈ ਹੋਪ ਕਿ ਤੁਹਾਨੂੰ ਇਹ ਸਾਰੀ ਜਿਹੜੀ ਵੀਡੀਓ ਆ ਵਧੀਆ ਲੱਗੀ ਹੋਊਗੀ, ਤੁਹਾਨੂੰ ਕਲੈਰਿਟੀ ਆਈ ਹੋਊਗੀ ਕਿ ਕਿਸ ਤਰੀਕੇ ਨਾਲ ਅਲੱਗ-ਅਲੱਗ ਡੋਮੇਨ ਦੇ ਵਿੱਚ ਕਿੰਨੀਆਂ ਪੋਸਟਾਂ ਨੇ ਕੈਟਾਗਰੀ ਵਾਈਜ਼। ਤੇ ਇਹ ਜਿਹੜਾ ਡਾਟਾਬੇਸ ਬਣਾਇਆ ਗਿਆ ਦੋਸਤੋ, ਇਹ ਬਹੁਤ ਮਿਹਨਤ ਦੇ ਨਾਲ ਬਣਾਇਆ ਗਿਆ, ਹਰ ਇੱਕ ਲੌਜਿਕ ਨੂੰ ਸਮਝ ਕੇ। ਜਿਵੇਂ ਤੁਸੀਂ ਫਿਰ ਦੇਖ ਸਕਦੇ ਹੋ ਕਿ ਜੇਕਰ ਆਪਾਂ 240 ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਅਲੱਗ-ਅਲੱਗ ਕੈਟਾਗਰੀ ਦੇ ਵਿੱਚ ਇੰਨੀਆਂ ਪੋਸਟਾਂ ਆ ਜਾਂਦੀਆਂ ਨੇ। ਤੇ ਜੇਕਰ ਤੁਸੀਂ ਐਡਵਰਟਾਈਜ਼ਮੈਂਟ ਵੀ ਚੈੱਕ ਕਰੋਗੇ ਜਾਂ ਆਪਾਂ ਇੱਥੇ ਵੀ ਚੈੱਕ ਕਰੀਏ, 663 ਜਿਹੜੇ ਹੈਗੇ ਆ ਪਲੱਸ 274, ਤਾਂ ਇਹ 937 ਪੋਸਟਾਂ ਬਣ ਜਾਂਦੀਆਂ ਨੇ। ਤਾਂ ਤੁਸੀਂ ਇੱਥੇ ਵੀ ਦੇਖੋਗੇ 937 ਵੈਕੈਂਸੀਜ਼ ਨੇ। ਕਿਸੇ ਦੀਆਂ ਵੀ ਰੈਂਡਮਲੀ ਚੈੱਕ ਕਰ ਲਓ, ਤੇ ਜਿਵੇਂ ਇਕਨੋਮਿਕਲ ਵੀਕਰ ਸੈਕਸ਼ਨ ਦੀਆਂ ਨੇ 228। ਤਾਂ ਤੁਸੀਂ ਜੇਕਰ ਇੱਥੇ EWS ਦੇ ਵਿੱਚ ਵੀ ਜਾ ਕੇ ਚੈੱਕ ਕਰੋਗੇ 159 ਪਲੱਸ 69 EWS ਦੇ ਵਿੱਚ, ਤਾਂ 228 ਪੋਸਟਾਂ ਬਣ ਜਾਂਦੀਆਂ ਨੇ। ਤਾਂ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ ਧੰਨਵਾਦ ਤੁਹਾਡਾ, ਤੇ ਆਈ ਹੋਪ ਕਿ ਤੁਹਾਨੂੰ ਸਾਰੀ ਗੱਲ ਸਮਝ ਆ ਗਈ ਹੋਏਗੀ, ਤੇ ਤੁਹਾਡੇ ਜਿਹੜੇ ਡਾਊਟਸ ਨੇ ਉਹ ਵੀ ਕਾਫੀ ਕਲੀਅਰ ਹੋ ਗਏ ਹੋਣਗੇ ਸਿਲੈਕਸ਼ਨ ਨੂੰ ਲੈ ਕੇ, ਕਿ ਕਿਸ ਤਰੀਕੇ ਨਾਲ ਮੈਰਿਟ ਬਣੇਗੀ TSS ਕੇਡਰ ਦੇ ਵਿੱਚ ਕਾਂਸਟੇਬਲ ਦੀਆਂ ਵੈਕੈਂਸੀਜ਼ ਨੂੰ ਲੈ ਕੇ। ਤੇ ਇਸੇ ਤਰ੍ਹਾਂ ਦੀ ਜਿਹੜੀ ਇੱਕ ਵੀਡੀਓ ਆ ਉਹ SI ਦੇ ਲਈ ਵੀ ਅਪਲੋਡ ਕਰ ਦਿੱਤੀ ਜਾਵੇਗੀ। ਉਹਦੇ ਵਿੱਚ ਥੋੜ੍ਹੇ ਜਿਹੇ ਕੁਝ ਪੁਆਇੰਟਸ ਦਾ ਫਰਕ ਹੈ, ਉਸ ਵੀਡੀਓ ਦੇ ਵਿੱਚ ਤੁਹਾਨੂੰ ਕਲੀਅਰ ਕਰ ਦਾਂਗੇ। ਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਧੰਨਵਾਦ ਜੀ।